मैं कोई एडा बजुर्ग नहीं होया तुसीं पहली गल तो ये कीता कि मेरी उम्र रिवील करती है, ज़्यादातर एक्टर रिवील नहीं करते। ਉਹ ਕਹਿ ਰਹੇ ਇੰਟਰਨੈਟ ਦੇ ਉੱਤੇ ਇਸ ਕਹਾਣੀ ਦੇ ਥਰੂ ਅਸੀਂ ਇਤਿਹਾਸ ਦੀ ਗੱਲ ਤਾਂ ਕਰ ਹੀ ਰਹੇ ਹੈਗੇ ਹਾਂ, ਲੇਕਿਨ ਇਸ ਕਹਾਣੀ ਥਰੂ ਅਸੀਂ ਪੁਰਾਣੇ ਆਪਣੇ ਪਿਛੋਕੜ ਦੀ ਵੀ ਗੱਲ ਕਰ ਰਹੇ ਹੈਗੇ ਹਾਂ। ਪੰਜਾਬ ਦਾ ਜੋ ਇੱਕ ਪੰਜਾਬ ਦੇ ਖੂਨ ਵਿੱਚ ਇੱਕ ਜਿਹੜਾ ਇੱਕ ਜੋਸ਼, ਇੱਕ ਜਿਹੜਾ ਇੱਕ ਕਿਸੇ ਮਕਸਦ ਲਈ ਲੜਾਈ, ਕਿਸੇ ਮਕਸਦ ਲਈ ਇੱਕ ਆਪਣਾ ਆਪਣੇ ਹੱਕ ਲਈ ਖੜੇ ਹੋਣਾ, ਉਹ ਸਾਰਾ ਦਾ ਸਾਰਾ ਜਿਹੜਾ ਹੈਗਾ ਇੱਕ ਜਿਹੜਾ ਉਹਦੇ ਵਿੱਚ ਪ੍ਰਭਾਵ ਜਿਹੜਾ ਹੈਗਾ, ਜੋਸ਼ ਜਿਹੜਾ ਹੈਗਾ, ਸੋਚ ਜਿਹੜੀ ਹੈਗੀ ਹੈ, ਉਹ ਇਸ ਕਹਾਣੀ ਦੇ ਥਰੂ ਨਿਕਲ ਕੇ ਆਉਂਦੀ ਹੈ। ਬੜਾ ਵੱਡਾ ਇਹਨਾਂ ਦਾ ਹੈਗਾ ਹੋਇਆ ਹੈ ਤੇ ਜਦੋਂ ਵੀ ਮਤਲਬ ਪੰਜਾਬੀ ਇਕੱਠੇ ਹੁੰਦੇ ਆ ਉਹ ਹੈਗਾ ਇਹਨਾਂ ਦੇ ਸਮਾਜ। ਪਰ ਪੰਜਾਬੀਆਂ ਦੇ ਸਮਾਜ ਹੋਰ ਵੀ ਬੜਾ ਕੁਛ ਆ, ਬਹਾਦਰੀ ਦੀਆਂ ਦਾਸਤਾਨਾਂ ਜਿਹੜੀਆਂ ਪੰਜਾਬੀਆਂ ਨੇ ਲਿਖੀਆਂ ਨੇ, ਜਿਹੜੀਆਂ ਕੁਰਬਾਨੀਆਂ ਆਜ਼ਾਦੀ ਦੇ ਲਈ ਪੰਜਾਬੀਆਂ ਨੇ ਕੀਤੀਆਂ ਨੇ ਜੀ, ਉਹ ਸਾਰਾ ਕੁਝ ਵੀ ਕਿਤੇ ਨਾ ਕਿਤੇ ਪੰਜਾਬੀ ਸਿਨੇਮਾ ਦੇ ਰੂਪ 'ਚ ਸਾਹਮਣੇ ਆਉਣਾ ਚਾਹੀਦਾ, ਜਿਹਦੀ ਇੱਕ ਕੋਸ਼ਿਸ਼ ਇਹ ਬਾਗੀ ਦੀ ਧੀ ਆ। ਜੀ ਦੋਸਤੋ, ਤੁਸੀਂ ਦੇਖ ਰਹੇ ਹੋ ਪਲੱਸ ਟੀਵੀ HD। ਮੈਂ ਮਲਕੀਤ ਸਿੰਘ। ਅੱਜ ਗੱਲ ਕਰਦੇ ਹਾਂ ਪੰਜਾਬੀ ਫਿਲਮਾਂ ਦੀ। ਪੰਜਾਬੀ ਫਿਲਮਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਕਮੇਡੀ ਲਗਾਤਾਰ ਇੱਕ ਦੌਰ ਚੱਲ ਰਿਹਾ ਸੀ ਕਮੇਡੀ ਦਾ, ਬਟ ਇੱਕ ਦੌਰ ਤੋਂ ਬਾਅਦ ਇੱਕ ਸਮਾਂ ਆਉਂਦਾ ਜਦੋਂ ਫਿਲਮਾਂ ਦਾ ਜਾਂ ਸਿਨੇਮੇ ਦਾ ਮੂੰਹ ਮਹੰਦਰਾ ਬਦਲਦਾ ਹੈ, ਤਾਂ ਵੱਖਰੇ ਤਰ੍ਹਾਂ ਦੀ ਕੋਈ ਨਾ ਕੋਈ ਫਿਲਮ ਜਾਂ ਕੋਈ ਡਾਇਰੈਕਟਰ, ਕੋਈ ਨਿਰਦੇਸ਼ਕ ਉਸ ਚੀਜ਼ ਨੂੰ ਲੈ ਕੇ ਆਉਂਦਾ ਹੈ। ਤੁਹਾਡੇ ਸਾਹਮਣੇ ਇੱਕ ਤੁਹਾਡੀ ਕਚਹਿਰੀ ਦੇ ਵਿੱਚ ਸਰੋਤਿਆਂ ਦੇ ਲਈ, ਦਰਸ਼ਕਾਂ ਦੇ ਲਈ ਅਜਿਹੀ ਇੱਕ ਫਿਲਮ ਆ ਰਹੀ ਹੈ, ਬਾਗੀ ਦੀ ਧੀ। ਤੇ ਸਾਰੀ ਸਟਾਰ ਕਾਸਟ ਅਤੇ ਸਾਡੇ ਨਾਲ ਟੀਮ ਮੌਜੂਦ ਹੈ। ਜੀ ਮੁਕੇਸ਼ ਜੀ, ਸਵਾਗਤ ਹੈ ਤੁਹਾਡਾ ਪਲੱਸ ਟੀਵੀ HD ਦੀ। ਸ਼ੁਕਰੀਆ ਜੀ। ਸਵਾਗਤ ਹੈ ਜੀ, ਸਵਾਗਤ ਹੈ ਅੰਜਲ ਜੀ। ਥੈਂਕ ਯੂ ਮਲਕੀਤ, ਥੈਂਕ ਯੂ ਤੁਹਾਡੇ ਸਾਰੇ ਦਰਸ਼ਕਾਂ ਨੂੰ। ਜੀ ਸਤਿ ਸ੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁਕੇਸ਼ ਜੀ ਤੁਹਾਡੇ ਨਾਲ। ਤੁਸੀਂ ਇਸ ਤੋਂ ਪਹਿਲਾਂ ਵੀ ਪੰਜਾਬੀ ਸਿਨੇਮਾ ਨੂੰ ਕੁਝ ਫਿਲਮਾਂ ਦਿੱਤੀਆਂ ਨੇ ਜੀ ਤੇ ਬਟ ਇਸ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਦਿੱਤੀਆਂ ਨੇ ਤੇ ਜਿਹੜੀ ਹੁਣੇ ਇਹ ਫਿਲਮ ਆਈ ਹੈ, ਇਹਦਾ ਬਿਲਕੁਲ ਟੇਸਟ ਇਹ ਡਰਾਮਾ ਹੈ, ਹਿਸਟੋਰੀਕਲ ਡਰਾਮਾ ਇਹਨੂੰ ਕਹਿ ਸਕਦੇ ਹਾਂ। ਤੇ ਜਿੱਥੇ ਜੇ ਮੈਂ ਗਲਤ ਨਹੀਂ ਆ ਤਾਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਮੁਸਾਫਰ ਸਾਹਿਬ ਦੀ ਲਿਖੀ ਹੋਈ ਕਹਾਣੀ ਤੇ ਆਧਾਰਿਤ ਇਹ ਅੰਗਰੇਜ਼ਾਂ ਦੇ ਸਮੇਂ ਦੀ ਤੁਸੀਂ ਇੱਕ ਸਟੋਰੀ ਲੈ ਕੇ ਆ ਰਹੇ ਹੋ। ਤਾਂ ਇਹ ਸਟੋਰੀ ਕਿਹੋ ਜਿਹੀ ਹੈ, ਤੁਸੀਂ ਕਿਵੇਂ ਬਿਆਨ ਕਰੋਗੇ ਇਸ ਚੀਜ਼ ਨੂੰ? ਸਭ ਤੋਂ ਪਹਿਲਾਂ ਤਾਂ ਇਹਦੇ 'ਚ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਮੇਰਾ ਇਹ ਮੰਨਣਾ ਹੈ ਕਿ ਸਿਨੇਮਾ ਜਿਹੜਾ ਹੈਗਾ ਐਂਟਰਟੇਨਮੈਂਟ ਦੇ ਨਾਲ ਨਾਲ ਮੀਨਿੰਗਫੁਲ ਹੋਣਾ ਵੀ ਬਹੁਤ ਜ਼ਰੂਰੀ ਹੈ ਜੀ। ਉਹ ਡੈਫੀਨੇਟਲੀ ਕੋਈ ਨਾ ਕੋਈ ਐਸੀ ਜ਼ਰੂਰ ਗੱਲ ਕਵੇ ਜੋ ਕਿਤੇ ਨਾ ਕਿਤੇ ਸੁਸਾਇਟੀ ਲਈ, ਸਮਾਜ ਲਈ, ਸਾਡੇ ਆਸੇ-ਪਾਸੇ ਜੋ ਦੁਨੀਆ ਹੈ ਉਹ ਕਿਤੇ ਨਾ ਕਿਤੇ ਉਹਨੂੰ ਟੱਚ ਕਰਦੇ ਹੋਏ ਔਰ ਉਹ ਉਹਦੇ ਨਾਲ ਰਿਲੇਟ ਕਰਦੀ ਹੋਏ ਔਰ ਉਹਨੂੰ ਉਸ ਚੀਜ਼ ਦਾ ਕਿਤੇ ਨਾ ਕਿਤੇ ਕੋਈ ਇੱਕ ਫਾਇਦਾ ਜਾਂ ਕਿਤੇ ਉਹ ਜਿਹੜੀ ਗੱਲ ਜਿਹੜੀ ਹੈਗੀ ਹੈ ਕਿ ਇੱਕ ਜਿਹੜਾ ਉਹਦੇ ਪਿੱਛੇ ਜਿਹੜਾ ਇੱਕ ਆਪਣਾ ਜਸਟਿਸ ਹੈ ਕਹਾਣੀ ਦਾ ਜੀ, ਉਹ ਔਰ ਪਲੱਸ ਉਹਦਾ ਮੈਸੇਜ ਉਹ ਲੋਕਾਂ ਤੱਕ ਜ਼ਰੂਰ ਪਹੁੰਚੇ। ਇਹ ਛੋਟੀ ਜਿਹੀ ਕੋਸ਼ਿਸ਼ ਜਿਹੜੀ ਹੈਗੀ ਆ ਮੈਂ ਹਮੇਸ਼ਾ, ਚਾਹੇ ਮੇਰੀ ਪਿਛਲੇ ਫਿਲਮਾਂ ਵੀ ਜੋ ਮੈਂ ਕੀਤੀਆਂ ਹੈਗੀਆਂ ਉਹਨਾਂ 'ਚ ਮੈਂ ਇਸ ਚੀਜ਼ ਨੂੰ ਮੁੱਖ ਰੱਖਿਆ ਹੈਗਾ। ਜਿੱਥੇ ਤੱਕ ਬਾਗੀ ਦੀ ਧੀ ਫਿਲਮ ਦਾ ਸਵਾਲ ਹੈ, ਇਹ ਫਿਲਮ ਵੀ ਉਸੇ ਹੀ ਲੀਗ ਤੇ ਉਹਨੂੰ ਅੱਗੇ ਵਧਾਇਆ ਹੈਗਾ ਇਸ ਫਿਲਮ ਦੇ ਰਾਹੀਂ। ਔਰ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਬਹੁਤ ਹੀ ਇੱਕ ਉੱਗੇ ਲੇਖਕ ਤਾਂ ਹੋਏ ਨੇ, ਲੇਕਿਨ ਇਸ ਤੋਂ ਇਲਾਵਾ ਉਹ ਬਹੁਤ ਹੀ ਐਮੀਨੈਂਟ ਪੋਲੀਟੀਸ਼ੀਅਨ ਸੀਗੇ ਆਪਣੇ ਵਕਤ ਦੇ। ਪੰਜਾਬੀ ਸੂਬੇ ਦੇ ਪਹਿਲੇ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਜੀ ਸੀਗੇ। ਇਸ ਤੋਂ ਇਲਾਵਾ ਸਪਿਰਿਚੁਅਲ ਲੀਡਰ ਵੀ ਰਹੇ ਨੇ, ਇਸ ਤੋਂ ਇਲਾਵਾ ਉਹ ਪੋਇਟ ਵੀ ਰਹੇ ਨੇ। ਤੋ ਉਹ ਜਿਹੜੀ ਉਸ ਵੇਲੇ ਜਿਹੜੀ ਕਹਾਣੀ ਉਹਨਾਂ ਨੇ ਕਹੀ ਹੈਗੀ ਹੈ, ਉਹ ਸ਼ਾਇਦ ਉਹ ਐਕਸਪੀਰੀਅੰਸ ਜਦੋਂ ਉਹ ਉਸ ਦੌਰ ਦੇ ਵਿੱਚ ਉਹਨਾਂ ਨੇ ਵੀ ਕਿਤੇ ਨਾ ਕਿਤੇ ਉਹਨੂੰ ਹੰਡਾਇਆ ਹੋਣਾ ਹੈ, ਉਹਨੂੰ ਦੇਖਿਆ ਹੋਣਾ ਹੈ। ਉਹਦੇ ਆਸੇ-ਪਾਸੇ ਉਹਨਾਂ ਦੇ ਪਰਿਵਾਰ 'ਚ ਹੀ ਹੋ ਸਕਦਾ ਹੈ ਸ਼ਾਇਦ ਕੋਈ ਇੱਦਾਂ ਦੀਆਂ ਕੋਈ ਘਟਨਾਵਾਂ ਹੋਈਆਂ ਹੋਣ ਜਿਨ੍ਹਾਂ ਨੂੰ ਉਹਨਾਂ ਨੇ ਕਿਤੇ ਨਾ ਕਿਤੇ ਕਹਾਣੀ ਦੇ ਰੂਪ ਵਿੱਚ ਉਹਨਾਂ ਨੂੰ ਪੇਸ਼ ਕੀਤਾ। ਔਰ ਇਹ ਕਹਾਣੀ ਆਪਣੇ ਆਪ ਦੇ ਵਿੱਚ ਪੰਜਾਬ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਕਲਟ ਸਟੋਰੀ ਹੈ। ਸ਼ਾਇਦ ਹੀ ਕੋਈ, ਮੈਨੂੰ ਲੱਗਦਾ ਕਿ ਆਪਣੇ ਟਾਈਮਾਂ ਦੇ ਜਿਹੜੇ ਸਕੂਲ ਗੋਇੰਗ ਜਿਹੜੇ ਹੁਣ ਥੋੜ੍ਹੇ ਮੈਚਿਓਰ ਹੋ ਗਏ ਨੇ ਉਮਰ ਦੇ ਹਿਸਾਬ ਨਾਲ, ਔਰ ਉਹ ਸ਼ਾਇਦ ਹੀ ਕੋਈ ਐਸਾ ਹੋਣਾ ਜਿਹਨੇ ਇਸ ਕਹਾਣੀ ਬਾਰੇ ਨਹੀਂ ਸੁਣਿਆ ਹੋਊਗਾ ਜਾਂ ਨਹੀਂ ਪੜ੍ਹਿਆ ਹੋਊਗਾ। ਅੱਜ ਦੀ ਜਨਰੇਸ਼ਨ ਦੀ ਮੈਂ ਗੱਲ ਨਹੀਂ ਕਰਦਾ, ਹਾਲਾਂਕਿ ਅੱਜ ਦੀ ਜਨਰੇਸ਼ਨ 'ਚ ਵੀ ਬਹੁਤ ਸਾਰੇ ਐਸੇ ਬੱਚੇ ਨੇ, ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਆਪਣੀ ਹਿਸਟਰੀ ਨਾਲ, ਆਪਣੇ ਕਲਚਰ ਨਾਲ ਵਾਬਸਤਾ ਰਹਿੰਦੇ ਨੇ, ਲੇਕਿਨ ਇਸ ਦੇ ਬਾਵਜੂਦ ਉਸ ਟਾਈਮ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਇਸ ਕਹਾਣੀ ਬਾਰੇ ਪਤਾ ਹੈ। ਇਸ ਕਹਾਣੀ ਦੇ ਵਿੱਚ ਜਿਹੜੀ ਇੱਕ ਚੈਲੰਜ, ਇਸ ਕਹਾਣੀ ਦੇ ਵਿੱਚ ਇੱਕ ਆਪਣੀ ਇੱਕ ਦਰਦ, ਪੇਨ ਔਰ ਜਜ਼ਬਾ, ਜੋਸ਼, ਜੋ ਕੁਝ ਵੀ ਇਸ ਕਹਾਣੀ ਦੇ ਵਿੱਚ ਸਾਰਾ ਕੁਝ ਸੀਗਾ ਔਰ
ਔਰ ਇਹ ਸਭ ਉਸ ਟਾਈਮ ਦੇ ਲੋਕਾਂ ਨੇ ਹੰਡਾਇਆ ਹੈਗਾ ਆਪਣੀ ਆਜ਼ਾਦੀ ਜਦੋਂ ਉਹਨਾਂ ਨੂੰ ਦੀ ਸਟਰਗਲ ਦੇ ਦੌਰਾਨ। ਤੇ ਇਹ ਸਾਰੀ ਜਿਹੜੀ ਚੀਜ਼ਾਂ ਨੇ ਉਹ ਸ਼ਾਇਦ ਹੋ ਸਕਦਾ ਹੈ ਉਹਨਾਂ ਦੇ ਆਪਣੇ ਤਜਰਬੇ ਹੋਣ, ਉਹਨਾਂ ਦੇ ਆਪਣੇ ਪਰਿਵਾਰ ਤਜਰਬੇ ਹੋਣ ਜਿੱਥੋਂ ਇਹ ਕਹਾਣੀ ਨਿਕਲ ਕੇ ਆਈ ਹੈ। ਔਰ ਕਹਾਣੀ ਬੜੀ ਚੈਲੰਜਿੰਗ ਸੀਗੀ, ਇਸੇ ਕਰਕੇ ਸੀਗਾ ਕਿ ਇਸ ਕਹਾਣੀ ਦੇ ਥਰੂ ਅਸੀਂ ਬਹੁਤ ਸਾਰੀਆਂ ਚੀਜ਼ਾਂ ਕਹਿ ਰਹੇ ਹੈਗੇ। ਇਸ ਕਹਾਣੀ ਦੇ ਥਰੂ ਅਸੀਂ ਇਤਿਹਾਸ ਦੀ ਗੱਲ ਤਾਂ ਕਰ ਹੀ ਰਹੇ ਹੈਗੇ, ਲੇਕਿਨ ਇਸ ਕਹਾਣੀ ਦੇ ਥਰੂ ਅਸੀਂ ਪੁਰਾਣੇ ਆਪਣੇ ਪਿਛੋਕੜ ਦੀ ਵੀ ਗੱਲ ਕਰ ਰਹੇ ਹੈਗੇ। ਪੰਜਾਬ ਦਾ ਜੋ ਇੱਕ ਪੰਜਾਬ ਦੇ ਖੂਨ ਵਿੱਚ ਇੱਕ ਜਿਹੜਾ ਇੱਕ ਜੋਸ਼, ਇੱਕ ਜਿਹੜਾ ਇੱਕ ਕਿਸੇ ਮਕਸਦ ਲਈ ਲੜਾਈ, ਕਿਸੇ ਮਕਸਦ ਲਈ ਇੱਕ ਆਪਣਾ ਆਪਣੇ ਹੱਕ ਲਈ ਖੜੇ ਹੋਣਾ, ਉਹ ਸਾਰਾ ਦਾ ਸਾਰਾ ਜਿਹੜਾ ਹੈਗਾ ਇੱਕ ਜਿਹੜਾ ਉਹਦੇ ਵਿੱਚ ਪ੍ਰਭਾਵ ਜਿਹੜਾ ਹੈਗਾ, ਜੋਸ਼ ਜਿਹੜਾ ਹੈਗਾ, ਸੋਚ ਜਿਹੜੀ ਹੈਗੀ ਹੈ, ਉਹ ਇਸ ਕਹਾਣੀ ਦੇ ਥਰੂ ਨਿਕਲ ਕੇ ਆਉਂਦੀ ਹੈ ਜੀ। ਮੁਕੇਸ਼ ਜੀ, ਆਜ਼ਾਦੀ ਦੀ ਉਸ ਲੜਾਈ ਦੇ ਵਿੱਚ, ਬਗਾਵਤ ਦੀ ਉਸ ਜੰਗ ਦੇ ਵਿੱਚ ਕਿੰਨਾ ਕੁਝ ਬੀਤਿਆ, ਕਿੰਨਾ ਕੁਝ ਗੁਜ਼ਰਿਆ, ਬਹੁਤ ਲੋਕਾਂ ਨੇ ਦੇਖਿਆ ਤੇ ਉਹਨਾਂ ਨੇ ਕਾਪੀਆਂ ਆਪਣੀਆਂ ਪੈਨਸਲਾਂ ਨਾਲ ਆਪਣੇ ਕਾਗਜ਼ ਤੇ ਉਤਾਰਿਆ। ਤੇ ਜਦੋਂ ਇੱਕ ਡਾਇਰੈਕਟਰ ਕੋਲ ਇੱਕ ਸਟੋਰੀ ਆ ਜਾਂਦੀ ਹੈ ਤੇ ਉਹ ਉਸ ਚੀਜ਼ ਨੂੰ ਫਿਲਮਾਉਂਦਾ ਹੈ, ਬਣਾਉਂਦਾ ਹੈ, ਤਾਂ ਤੁਹਾਨੂੰ ਇਹ ਸੈੱਟ ਦੇ ਦੌਰਾਨ, ਸੈੱਟ ਤੇ ਜਦੋਂ ਤੁਸੀਂ ਇਸ ਚੀਜ਼ ਨੂੰ ਤਿਆਰ ਕੀਤਾ ਹੈ, ਉਸ ਚੀਜ਼ ਨਾਲ ਖੇਡੇ ਹੋ ਤੁਸੀਂ, ਤਾਂ ਉਹ ਐਕਸਪੀਰੀਅੰਸ ਤੁਹਾਡਾ ਕਿੱਦਾਂ ਦਾ ਰਿਹਾ? ਇੰਨੇ ਪੁਰਾਣੇ ਦੌਰ ਦੇ ਵਿੱਚ 1913-14 ਦੇ ਹਾਲਾਤਾਂ ਨੂੰ ਮਤਲਬ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦਿਖਾਉਣਾ ਹੈ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਤਾਂ ਉਹ ਸਭ ਕਿੱਦਾਂ ਦਾ ਰਿਹਾ? ਉਹ ਆਪਣੇ ਆਪ ਦੇ ਵਿੱਚ ਬੜਾ ਚੈਲੰਜਿੰਗ ਸੀਗਾ ਡੈਫੀਨੇਟਲੀ, ਲੇਕਿਨ ਇਹ ਜੇ ਕੰਮ ਕਰਨ ਲਈ ਇੱਕ ਡੈਫੀਨੇਟਲੀ ਇੱਕ ਪੈਸ਼ਨ ਦਾ ਹੋਣਾ ਜ਼ਰੂਰੀ ਹੁੰਦਾ ਜੀ। ਜਦ ਤੱਕ ਤੁਹਾਡੇ ਅੰਦਰ ਪੈਸ਼ਨ ਨਹੀਂ ਹੈ ਕਿ ਮੈਂ ਕੁਝ ਇਹੋ ਜਿਹੀ ਗੱਲ ਕਰਾਂ ਜੋ ਬਾਕੀ ਜੋ ਲੋਕ ਗੱਲ ਕਰ ਰਹੇ ਨੇ ਵਧੀਆ ਹੈ, ਲੇਕਿਨ ਮੈਂ ਵੀ ਆਪਣਾ ਛੋਟਾ ਜਿਹਾ ਇੱਕ ਯੋਗਦਾਨ ਜਾਂ ਆਪਣੇ ਵੱਲੋਂ ਕੋਸ਼ਿਸ਼ ਕਰਾਂ ਕਿ ਮੇਰੀ ਵੀ ਗੱਲ ਜਿਹੜੀ ਹੈਗੀ ਆ ਉਹਦਾ ਇੱਕ ਛੋਟਾ ਜਿਹਾ ਵਜ਼ਨ ਹੈਗਾ ਤੇ ਉਹ ਲੋਕਾਂ ਤੱਕ ਉਹਨੂੰ ਪਹੁੰਚਾਇਆ ਜਾ ਰਿਹਾ ਹੈਗਾ ਜੀ। ਤੇ ਮੁਕੇਸ਼ ਜੀ, ਜੇ ਗੱਲ ਕਰੀਏ ਅੱਜ ਦੇ ਦੌਰ ਦੀ, ਤਾਂ ਜਿੱਥੇ ਜੇ ਕਮਰਸ਼ੀਅਲ ਇੱਕ ਐਰਾ ਨੂੰ ਦੇਖਿਆ ਜਾਵੇ ਤਾਂ ਇਹ ਯੁੱਗ ਕਮਰਸ਼ੀਅਲ ਹੋਣ ਵੱਲ ਜ਼ਿਆਦਾ ਵੱਧ ਰਿਹਾ ਹੈ, ਤਾਂ ਉੱਥੇ ਐਕਸ਼ਨ, ਕਮੇਡੀ ਜਾਂ ਮਤਲਬ ਅੱਜ ਦੇ ਦੌਰ ਦੀਆਂ ਜਾਂ ਮਾਡਰਨਾਈਜੇਸ਼ਨ ਵੱਲ ਜਾ ਰਿਹਾ, ਤਾਂ ਉੱਦਾਂ ਦੀਆਂ ਫਿਲਮਾਂ ਬਣ ਰਹੀਆਂ ਨੇ। ਤਾਂ ਇੰਨੀ ਪੁਰਾਣੀ ਸਟੋਰੀ ਜਾਂ ਉਸ ਹਾਲਾਤਾਂ ਨੂੰ ਬਿਆਨ ਕਰਨ ਦੇ ਲਈ ਜਦੋਂ ਤੁਸੀਂ ਮਤਲਬ ਇਸ ਨੂੰ ਐਕਸੈਪਟ ਕਰਦੇ ਹੋ, ਇੱਕ ਚੈਲੰਜ ਲੈਂਦੇ ਹੋ, ਤਾਂ ਤੁਹਾਨੂੰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਰਿਸਕ ਨਹੀਂ ਹੈਗਾ ਇਸ ਦੇ ਵਿੱਚ? ਤੁਸੀਂ ਇੰਡਸਟਰੀ ਨੂੰ ਕੁਝ ਨਵਾਂ ਦੇ ਰਹੇ ਹੋ। ਨਹੀਂ, ਰਿਸਕ ਡੈਫੀਨੇਟਲੀ ਰਿਸਕ ਅਲੱਗ ਤਰ੍ਹਾਂ ਦਾ ਰਿਸਕ ਹੁੰਦਾ ਹੈ, ਲੇਕਿਨ ਸਾਡੀ, ਮੈਂ ਜਿੱਦਾਂ ਪਹਿਲਾਂ ਵੀ ਕਿਹਾ ਹੈਗਾ ਕਿ ਸਾਡੀ ਬੀਇੰਗ ਪਾਰਟ ਆਫ ਦਿਸ ਇੰਡਸਟਰੀ, ਐਂਟਰਟੇਨਮੈਂਟ ਇੰਡਸਟਰੀ ਦੀ ਆਪਾਂ ਗੱਲ ਕਰੀਏ ਤਾਂ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈਗੀ ਕਿ ਐਂਟਰਟੇਨਮੈਂਟ ਇਹ ਅਲੱਗ ਤਰ੍ਹਾਂ ਦਾ ਐਂਟਰਟੇਨਮੈਂਟ ਹੈ। ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਐਂਟਰਟੇਨਮੈਂਟ ਨਹੀਂ ਹੈ। ਐਂਟਰਟੇਨਮੈਂਟ ਦਾ ਮਤਲਬ ਸਿਰਫ ਹਾਸਾ ਠੱਠਾ ਨਹੀਂ ਹੁੰਦਾ। ਇਹ ਕਿਤਨੇ ਜਦੋਂ ਤੁਸੀਂ ਆਪਣੀ ਲੋਕਾਂ ਤੱਕ ਪਹੁੰਚਾ ਰਹੇ ਹੋ, ਜਿਹਦੇ ਪਿੱਛੇ ਇੱਕ ਮਕਸਦ ਹੈ, ਜਿਹਦੇ ਪਿੱਛੇ ਇੱਕ ਮੀਨਿੰਗ ਹੈ, ਤਾਂ ਉਹ ਗੱਲ ਦਾ ਉਹ ਇੱਕ ਅਲੱਗ ਤਰ੍ਹਾਂ ਦੀ ਇੱਕ ਐਂਟਰਟੇਨਮੈਂਟ ਹੈਗੀ ਹੈ, ਜਿਹਨੂੰ ਤੁਸੀਂ ਸੰਤੋਸ਼ ਤੁਹਾਨੂੰ ਮਿਲਦਾ, ਤੁਹਾਨੂੰ ਅੱਛਾ ਲੱਗਦਾ ਕਿ ਯਾਰ ਆਹ ਗੱਲ ਵੀ, ਇਹ ਉਹ ਗੱਲਾਂ ਹੈਗੀਆਂ ਤਾਂ ਆ ਵੀ ਹੈਗੀ ਹੈ, ਤੇ ਉਹ ਇੱਕ ਅਲੱਗ ਤਰ੍ਹਾਂ ਦੀ ਐਂਟਰਟੇਨਮੈਂਟ ਨੂੰ ਆਪਾਂ ਕਹਿ ਸਕਦੇ ਹੈਗੇ ਹਾਂ। ਚੈਲੰਜਸ ਡੈਫੀਨੇਟਲੀ ਕਿਤੇ ਨਾ ਕਿਤੇ ਹੁੰਦਾ ਹੈ, ਲੇਕਿਨ ਜਦੋਂ ਤੁਸੀਂ ਇਹੋ ਜਿਹੇ ਕੰਮ ਜਿਹੜੇ ਹੈਗੇ ਆ ਉਹ ਰਿਸਕ ਲੈ ਕੇ ਕਿਤੇ ਨਾ ਕਿਤੇ ਤੁਸੀਂ ਕਰਦੇ ਹੋ, ਔਰ ਚੰਗੇ ਕੰਮ ਕਰਨਾ ਔਰ ਕਿਤੇ ਨਾ ਕਿਤੇ ਮੀਨਿੰਗਫੁਲ ਕੰਮ ਕਰਨਾ, ਜਿਹਦੇ ਪਿੱਛੇ ਇੱਕ ਮਕਸਦ ਹੈ, ਜਿਹਦੇ ਪਿੱਛੇ ਇੱਕ ਪਰਪਸ ਹੈ, ਉਹ ਵੀ ਨਾਲ ਦੇ ਨਾਲ ਜਿਹੜਾ ਹੈਗਾ ਜ਼ਰੂਰੀ ਹੈਗਾ। ਜਿੱਦਾਂ ਦੀ ਬਾਕੀ ਫਿਲਮਾਂ ਬਣੇ ਬਹੁਤ ਵਧੀਆ ਨੇ, ਬਟ ਇਹ ਜੀ ਫਿਲਮ ਜਿਹੜੀ ਹੈਗੀ ਆ ਉਹ ਸਿਨੇਮਾ ਨੂੰ ਜ਼ਿੰਦਾ ਰੱਖਣ ਲਈ ਇੱਕ ਵੈਰਾਈਟੀ, ਇੱਕ ਮਲਟੀਪਲ ਉਹਦੇ ਵਿੱਚ ਇੱਕ ਜਿਹੜਾ ਇੱਕ ਵੇਰੀਏਸ਼ਨ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ ਜੀ। ਤੇ ਮੁਕੇਸ਼ ਜੀ ਤੋਂ ਬਾਅਦ ਆਉਂਦੇ ਆ ਸਿੱਧੂ ਸਾਹਿਬ ਵੱਲ, ਤੇ ਲਓ ਜੀ, ਤੇ ਕੁਲਜਿੰਦਰ ਸਿੰਘ ਸਿੱਧੂ ਜੀ, ਤੁਸੀਂ ਤਕਰੀਬਨ ਪੰਜਾਬੀ ਸਿਨੇਮਾ ਨੂੰ ਦਰਜਨ ਤੋਂ ਵੱਧ ਫਿਲਮਾਂ ਦੇ ਚੁੱਕੇ ਹੋ, ਤੇ ਇਸ ਤੋਂ ਪਹਿਲਾਂ ਤੁਹਾਡੀ ਹਿਸਟੋਰੀਕਲ ਡਰਾਮਾ ਆਪਾਂ ਕਹਿ ਸਕਦੇ ਹਾਂ, ਇੱਕ ਬਹੁਤ ਹੀ ਵੱਡੇ ਇਸ ਪੰਜਾਬੀ ਇਤਿਹਾਸ ਨੂੰ ਜਾਂ ਪੰਜਾਬ ਦੀ ਧਰਤੀ ਨੂੰ ਬਿਆਨ ਕਰਦੀ ਫਿਲਮ ਸਾਡਾ ਹੱਕ ਆਈ ਸੀ, ਤੇ ਤੁਹਾਡੀ ਜੋ ਤੁਸੀਂ ਫਿਲਮ ਆਇਆ, ਜੋ ਪੇਸ਼ ਕੀਤਾ ਦਰਸ਼ਕਾਂ ਅੱਗੇ, ਤਾਂ ਉਹਨੂੰ ਲੋਕਾਂ ਨੇ ਬਹੁਤ ਸਲਾਹਿਆ, ਬਹੁਤ ਸ਼ਲਾਘਾ ਕੀਤੀ। ਤਾਂ ਜੋ ਬਾਗੀ ਦੀ ਧੀ ਹੈ, ਇਹ ਉਸ ਫਿਲਮ ਨਾਲੋਂ ਇਹਦੇ ਵਿੱਚ ਕੀ ਵੱਖਰਾ ਹੈ, ਜਾਂ ਇਹਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਢਾਲਦੇ ਹੋ? ਬਾਗੀ ਦੀ ਧੀ ਤੇ ਸਾਡਾ ਹੱਕ 'ਚ ਪਹਿਲੀ ਗੱਲ ਤਾਂ ਦੋਨੋਂ ਹਿਸਟੋਰੀਕਲੀ ਦੋਨੋਂ ਡਿਫਰੈਂਟ ਪੀਰੀਅਡ ਸੀਗੇ। ਸਾਡਾ ਹੱਕ ਵੀ ਇੱਕ ਮੇਰੀ ਆਪਣੀ ਲਿਖੀ ਹੋਈ ਫਿਕਸ਼ਨਲ ਸਟੋਰੀ ਸੀ, ਜੋ ਮੈਂ ਅੱਜ ਦੇ ਦੌਰ ਦੀ ਇੱਕ ਕਹਾਣੀ ਜੋ ਮੈਂ ਅਬਜ਼ਰਵ ਕੀਤਾ ਤੇ ਉਹ ਮੈਂ ਕਹਿਣਾ ਚਾਹ ਰਿਹਾ ਸੀ ਉਹ ਲਿਖੀ ਜੀ। ਤੇ ਮੇਰਾ ਹਮੇਸ਼ਾ ਇਨਸਾਨੀ ਤੌਰ ਤੇ ਜਾਂ ਮੇਰੀ ਇੱਕ ਸੁਭਾਅ ਹੈ ਕਿ ਮੈਨੂੰ ਇਤਿਹਾਸ ਜਿਹੜਾ ਹਮੇਸ਼ਾ ਜ਼ਿਆਦਾ ਅਟਰੈਕਟ ਕਰਦਾ ਜੀ, ਆਪਣੇ ਵੱਲ ਖਿੱਚਦਾ। ਸੋ ਇਹ ਕਹਾਣੀ ਵੀ ਜਦੋਂ ਪਾਲੀ ਭੁਪਿੰਦਰ ਜੀ ਨੇ ਮੈਨੂੰ ਮੋਟੇ ਜਿਹੇ ਤੌਰ ਤੇ ਥੋੜ੍ਹੀ ਜਿਹੀ ਇੱਕ ਵਨ ਲਾਈਨਰ ਜੀ ਦੱਸੀ ਤੇ ਦੱਸਿਆ ਕਿ ਮੁਕੇਸ਼ ਜੀ ਇਹਨੂੰ ਡਾਇਰੈਕਟ ਕਰਨ ਦੀ ਪਲੈਨਿੰਗ ਕਰ ਰਹੇ ਹਨ, PTC ਪ੍ਰੋਡਿਊਸ ਕਰੇਗਾ, ਰਵਿੰਦਰ ਨਾਰਾਇਣ ਜੀ ਜਿਹੜੇ ਪ੍ਰੋਡਿਊਸਰ ਨੇ ਹੋਣਗੇ, ਤੇ ਤੂੰ ਇੱਕ ਵਾਰੀ ਮੇਲ ਮੀਟਿੰਗ ਕਰ ਉਹਨਾਂ ਨੂੰ।
ਤੇ ਮੈਨੂੰ ਫਿਰ ਉਹ ਮੀਟਿੰਗ ਕਰਨ ਦਾ ਮੌਕਾ ਮਿਲਿਆ। ਮੈਂ ਇਸੇ ਪੀਟੀਸੀ ਦੇ ਆਫਿਸ, ਜਿੱਥੇ ਆਪਾਂ ਇਸ ਵੇਲੇ ਸਟੂਡੀਓ 'ਚ ਬੈਠੇ ਹਾਂ, ਇੱਥੇ ਹੀ ਉੱਪਰ ਮੁਕੇਸ਼ ਜੀ ਦਾ ਆਫਿਸ ਹੈ, ਇਹਨਾਂ ਦੇ ਨਾਲ ਮੁਲਾਕਾਤ ਕੀਤੀ। ਇਹਨਾਂ ਨੇ ਬੜੇ ਇਤਮਾਨਾਨ ਨਾਲ, ਬੜੀ ਤਸੱਲੀ ਦੇ ਨਾਲ ਮੈਨੂੰ ਪੂਰੀ ਸਟੋਰੀ ਨਰੇਟ ਕੀਤੀ ਤੇ ਉਹ ਸੁਣਦੇ ਹੀ ਬਹੁਤ ਸਾਰੀਆਂ ਭਾਵਨਾਵਾਂ, ਬਹੁਤ ਸਾਰੇ ਇਮੋਸ਼ਨਸ ਮੇਰੇ ਅੰਦਰ ਚੱਲ ਰਹੇ ਸੀਗੇ। ਸੋ ਮੈਂ ਉਹ ਜਦੋਂ ਦੇਖਿਆ, ਜਿੱਦਾਂ ਹੁਣੇ ਮੁਕੇਸ਼ ਜੀ ਗੱਲ ਕਰ ਰਹੇ ਸੀ ਕਿ ਐਂਟਰਟੇਨਮੈਂਟ ਸਿਰਫ ਹਾਸਾ ਠੱਠਾ ਨਹੀਂ ਹੁੰਦਾ। ਐਂਟਰਟੇਨਮੈਂਟ ਹੁੰਦੀ ਆ ਕਿ ਤੁਹਾਡੇ ਇਮੋਸ਼ਨਸ ਨੂੰ ਕੋਈ ਚੀਜ਼ ਅਰਾਊਜ਼ ਕਰ ਰਹੀ ਹੈ, ਤੁਹਾਡੀਆਂ ਭਾਵਨਾਵਾਂ ਨੂੰ ਕੋਈ ਚੀਜ਼ ਟੁੰਬ ਰਹੀ ਹੈ। ਉਹ ਕਹਾਣੀ ਸੁਣਦੇ ਹੀ ਮੇਰੇ ਕਦੀ ਰੌਂਗਟੇ ਖੜੇ ਹੋ ਰਹੇ, ਕਦੀ ਮੇਰੀਆਂ ਅੱਖਾਂ ਨਮ ਹੋ ਰਹੀਆਂ, ਕਦੀ ਉਹ। ਤੇ ਜਦੋਂ ਖਤਮ ਹੋਈ ਮੈਨੂੰ ਲੱਗਾ ਯਾਰ ਇਹ ਕਹਾਣੀ ਸੁਣ ਰਿਹਾ ਮੈਂ ਮੁਕੇਸ਼ ਜੀ ਦੇ ਮੂੰਹੋਂ, ਤੇ ਜਦੋਂ ਇਹੀ ਚੀਜ਼ ਪਰਦੇ ਦੇ ਉੱਤੇ ਆਏਗੀ ਫੇਰ ਕੀ ਬਣੂ। ਸੋ ਉਹ ਜਦੋਂ ਮੇਰੇ ਅੰਦਰ ਉਹੋ ਜਿਹੀ ਤੂਫਾਨ ਉੱਠਿਆ ਤੇ ਮੈਂ ਮੁਕੇਸ਼ ਜੀ ਨਾਲ ਸਿਰਫ ਇੰਨਾ ਹੀ ਕਿਹਾ ਕਿ ਜੇ ਮੈਂ ਇਹ ਫਿਲਮ ਕਰ ਰਿਹਾ। ਤੇ ਸਿੱਧੂ ਸਾਹਿਬ, ਜੇ ਗੱਲ ਕਰੀਏ, ਜੇ ਮੈਂ ਗਲਤ ਨਹੀਂ ਹਾਂ ਤਾਂ ਤੁਸੀਂ ਜ਼ਿੰਦਗੀ ਦੇ 48ਵੇਂ ਵਰ੍ਹੇ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹੋ। 47 ਸਾਲ ਤੁਸੀਂ ਜ਼ਿੰਦਗੀ ਦੇ ਬਤੀਤ ਕਰ ਲਏ ਨੇ, ਗੁਜ਼ਾਰ ਲਏ ਨੇ, ਜਾਂ ਮਤਲਬ ਜ਼ਿੰਦਗੀ ਇੰਨੀ ਕੁ ਤੁਸੀਂ ਖੇਡ ਚੁੱਕੇ ਹੋ, ਇੰਨੇ ਦੇ ਤਜਰਬੇ ਲੈ ਚੁੱਕੇ ਹੋ। ਤਾਂ ਬੀਇੰਗ ਏ ਆਰਟਿਸਟ, ਬੀਇੰਗ ਏ ਐਕਟਰ, ਤਾਂ ਇੱਕ ਐਕਟਰ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ? ਉਹਨੂੰ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਦੀ ਗੁਜ਼ਰਨਾ ਪੈਂਦਾ? ਐਕਟਰ ਦੀ ਜ਼ਿੰਦਗੀ ਤਾਂ ਬੜੀ ਮੌਜਾਂ ਵਾਲੀ ਹੁੰਦੀ ਹੈ। ਐਕਟਰ ਤਾਂ ਸਭ ਤੋਂ ਵੱਧ ਮੌਜ ਕਰਦਾ ਹੈ। ਸੋ ਮੇਰੇ ਖਿਆਲ ਨਾਲ ਮੈਂ ਬੜਿਆ ਹੀ ਐਕਟਰ, ਮਤਲਬ ਐਕਸੀਡੈਂਟਲ ਐਕਟਰ ਮੈਂ ਕਹਿੰਦਾ ਆਪਣੇ ਆਪ ਨੂੰ, ਕਿਉਂਕਿ ਮੈਂ ਜਿਹੜਾ ਸੀਗਾ ਜ਼ਰੂਰ ਮੇਰੇ ਅੰਦਰ ਐਕਟਿੰਗ ਦਾ ਇੱਕ ਕੀੜਾ ਜਿਹਨੂੰ ਕਹਿੰਦੇ ਆ, ਕਿ ਉਹ ਕਿਤੇ ਨਾ ਕਿਤੇ ਉੱਠਦਾ ਸੀ। ਵਾਰ-ਵਾਰ ਕਾਲਜ ਟਾਈਮ ਵੀ ਉੱਠਿਆ, ਥੋੜ੍ਹਾ ਜਿਹਾ ਮੈਂ ਥੀਏਟਰ ਕਰ ਲਿਆ, ਫਿਰ ਹਾਲਾਤ ਨੇ ਥਪੇੜੇ ਮਾਰੇ ਤੇ ਬਾਹਰ ਜਾ ਕੇ ਫੋਕਸ ਕੀਤਾ। ਰੋਟੀ ਪਹਿਲਾਂ ਆਪਣੇ ਪੈਰਾਂ 'ਤੇ ਖੜੇ ਹੋਣ ਦੀ ਜ਼ਿੰਮੇਵਾਰੀ ਉੱਠੀ, ਜਦੋਂ ਘਰਦਿਆਂ ਨੇ ਛੱਡਤਾ ਵੀ ਹੁਣ ਆਪੇ ਕਮਾ ਤੇ ਖਾ। ਫਿਰ ਉਹਦੇ ਲਈ ਜਲੰਧਰ ਆ ਕੇ ਮੈਂ ਸੰਘਰਸ਼ ਕੀਤਾ, ਆਪਣੀ ਐਡ ਏਜੰਸੀ ਸਟੈਬਲਿਸ਼ ਕੀਤੀ। ਉਹਦੇ ਵਿੱਚ ਥੋੜ੍ਹੇ ਜਿਹੇ ਸਟੈਬਲਿਸ਼ ਹੋਏ ਤੇ ਫਿਰ ਲੱਗਾ ਕਿ ਉਹ ਜਿਹੜਾ ਸ਼ੌਂਕ ਹੈ ਉੱਧਰ ਨੂੰ ਭੱਜਦਾ ਬੰਦਾ। ਸੋ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਜਲੰਧਰ ਦੇ ਵਿੱਚ। ਨੀਰਜ ਹੈਗੇ ਨੇ ਆਪਣੇ ਨੀਰਜ ਕੌਸ਼ਿਕ ਉਹਨਾਂ ਦਾ ਨਾਮ। ਸੋ ਉਹਨਾਂ ਨਾਲ ਥੋੜ੍ਹਾ ਜਿਹਾ ਥੀਏਟਰ ਕਰਦੇ, ਫਿਰ ਹਾਲਾਤ ਉਹੋ ਜਿਹੇ ਬਣੇ ਕਿ ਨਹੀਂ ਕਰ ਪਾਇਆ ਮੈਂ ਕੰਟੀਨਿਊਸਲੀ। ਬੜਾ ਥੀਏਟਰ ਕਮਿਟਮੈਂਟ ਮੰਗਦਾ। ਫਿਰ ਜਦੋਂ ਮੇਰੇ ਅੰਦਰ ਦੁਬਾਰਾ 2009 ਵਿੱਚ ਆ ਕੇ ਫਿਰ ਇੱਕ ਜਨੂਨ ਉੱਠਿਆ ਐਕਟਿੰਗ ਦਾ, ਮੈਂ ਇੱਕ ਫਿਲਮ ਬਣਾਈ ਮਿੰਨੀ ਪੰਜਾਬ, ਬਤੌਰ ਪ੍ਰੋਡਿਊਸਰ। ਪੈਸੇ ਵੀ ਲਾਏ ਉਹਦੇ ਤੇ, ਕਮਾ ਲਏ ਸੀ ਆਪਣੇ ਆਪ ਹੀ ਉਹਨੇ। ਤੇ ਉਹ ਵੀ ਚਲੋ ਐਕਸਪੀਰੀਅੰਸ ਕਾਮਯਾਬ ਨਹੀਂ ਰਿਹਾ। ਬਤੌਰ ਪ੍ਰੋਡਿਊਸਰ ਵੀ ਫੇਲ ਹੋ ਗਏ ਉਹਦੇ 'ਚ, ਤੇ ਐਕਟਰ ਤਾਂ ਮੈਂ ਉਹਦੇ 'ਚ ਮੌਕਾ ਹੀ ਨਹੀਂ ਮਿਲਿਆ। ਤੋਂ ਫਿਰ ਹਮਲਾ ਕਰਕੇ ਜਦੋਂ ਮੈਂ ਸਾਡਾ ਹੱਕ ਫਿਲਮ ਬਣਾਈ, ਤੇ ਮੈਂ ਉਹ ਕਰਕੇ ਤੇ ਉਹ ਸਾਰੇ ਪ੍ਰੋਸੈਸ 'ਚੋਂ ਨਿਕਲ ਕੇ ਮੈਨੂੰ ਬੜੀ ਤਸੱਲੀ ਹੋਈ ਕਿ ਹਾਂ, ਇੱਕ ਬੜੇ ਕਾਲਜ ਟਾਈਮ ਦਾ ਜਿਹੜਾ ਚੱਲਿਆ ਆ ਰਿਹਾ ਨਾ ਅੰਦਰ ਦਵੰਦ, ਤੇ ਕਦੀ ਮੈਂ ਆਪਣੇ ਆਪ ਨੂੰ ਪਿੱਛੇ ਕਰਦਾ ਹੀ, ਕਦੀ ਉਹ ਕਰਦਾ ਹੀ। ਤੇ ਉਹ ਤਕਰੀਬਨ ਮੈਨੂੰ ਲਗਾ ਲਓ ਕਿ ਕਾਲਜ ਦੇ ਵਿੱਚ ਮੈਂ 95 96 ਤੋਂ ਲੈ ਕੇ ਤੇ 2012 ਵਿੱਚ ਜਾ ਕੇ ਮੈਂ ਅਲਟੀਮੇਟਲੀ ਉਹ ਚੀਜ਼ ਅਚੀਵ ਕੀਤੀ ਜੋ ਮੈਂ ਕਰਨੀ ਚਾਹ ਰਿਹਾ ਸੀਗਾ। ਇੰਨਾ ਅਰਸਾ ਨਿਕਲ ਗਿਆ ਇੱਦਾਂ ਹੀ, ਕੈਮਰੇ ਸਾਹਮਣੇ ਮੈਂ ਆ ਹੀ ਨਹੀਂ ਸਕਿਆ, ਵਲਵਲੇ ਹੀ ਲੈਂਦਾ ਰਿਹਾ। ਸਿੱਧੂ ਸਾਹਿਬ, ਤੁਸੀਂ ਇੱਕ ਬਹੁਤ ਹੀ ਪੁਰਾਣੇ ਦੌਰ ਦੀ ਇੱਕ ਫਿਲਮ ਜੋ ਅੱਜ ਬਣਾ ਰਹੇ ਹੋ, ਬਣ ਚੁੱਕੀ ਹੈ ਤੇ ਉਹ ਬਸ ਅੱਗੇ ਦਰਸ਼ਕਾਂ ਦੇ ਅੱਗੇ ਆਉਣੀ 25 ਤਰੀਕ ਨੂੰ ਆ ਜਾਣੀ ਹੈ। ਤੇ ਇੱਥੇ ਇੱਕ ਸਵਾਲ ਬਣਦਾ ਹੈ ਵੀ ਅੱਜ ਤੋਂ 100 ਸਾਲ ਪਹਿਲਾਂ ਤੇ ਜੋ ਅੱਜ ਦਾ ਪੰਜਾਬ ਹੈ, ਇੱਕ ਜੋ ਆਰਟਿਸਟ ਹੋਣਾ ਹੈ, ਇੱਕ ਕਲਾਕਾਰ ਹੋਣਾ ਹੈ, ਇੱਕ ਐਕਟਰ ਹੋਣਾ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰੁਤਬਾ ਹੁੰਦਾ ਹੈ ਤੇ ਉਹਨੂੰ ਆਪਣੇ ਆਲੇ ਦੁਆਲੇ ਦਾ ਹਰ ਚੀਜ਼ ਦੇ ਨਿਗਾਹ ਰੱਖਣੀ ਪੈਂਦੀ ਹੈ। ਜੋ ਅੱਜ ਦਾ ਪੰਜਾਬ ਹੈ ਉਹਦੇ ਬਾਰੇ ਤੁਸੀਂ ਕੀ ਕਹੋਗੇ? ਹਾਂ ਬਿਲਕੁਲ ਜੀ, ਅੱਜ ਦੇ ਪੰਜਾਬ ਤੇ ਵੀ ਮੈਂ ਬਤੌਰ ਨਜ਼ਰ ਰੱਖਦਾ, ਕਿਉਂਕਿ ਮੈਂ ਆਰਟਿਸਟ ਬਣਨ ਤੋਂ ਪਹਿਲਾਂ ਮੈਂ ਇੱਕ ਜਰਨਲਿਸਟ ਵੀ ਰਿਹਾ ਵਾਂ। ਮੇਰੀ ਪੜ੍ਹਾਈ ਵੀ ਮਾਸ ਕਮਿਊਨੀਕੇਸ਼ਨ ਦੀ ਆ। ਮੈਂ 6-7 ਮਹੀਨੇ ਜਰਨਲਿਜ਼ਮ ਕੀਤੀ ਆ। ਮੈਂ ਇੰਗਲਿਸ਼ ਨਿਊਜ਼ਪੇਪਰ ਦਾ ਰਿਪੋਰਟਰ ਹੁੰਦਾ ਸੀਗਾ, ਤੇ ਮੇਰੇ ਫਾਦਰ ਵੀ ਜਰਨਲਿਸਟ ਸੀਗੇ। ਸੋ ਜਰਨਲਿਜ਼ਮ ਮੇਰੇ ਬਲੱਡ 'ਚ ਹੀ ਸੀਗੀ, ਤੇ ਉਹਦੇ ਕਰਕੇ ਹੀ ਉਸ ਜਰਨਲਿਜ਼ਮ ਦੇ ਵਿੱਚੋਂ ਹੀ ਇੱਕ ਤਰੀਕੇ ਨਾਲ ਸਮਝ ਲਓ ਤੁਸੀਂ ਸਾਡਾ ਹੱਕ ਨਿਕਲੀ ਸੀ। ਤੇ ਹੁਣ ਵੀ ਪੰਜਾਬ ਦਾ ਆਸਾ ਪਾਸਾ ਜੋ ਮਾਹੌਲ ਹੈ, ਜਿਹੋ ਜਿਹੇ ਹਾਲਾਤ ਬਣ ਰਹੇ ਨੇ, ਜਿਸ ਪਾਸੇ ਨੂੰ ਪੰਜਾਬੀਆਂ ਦਾ ਜਿੰਨੀ ਵੱਡੀ ਤਰੀਕੇ ਦੇ ਨਾਲ ਪ੍ਰਵਾਸ ਹੋ ਰਿਹਾ ਵਿਦੇਸ਼ਾਂ ਵੱਲ ਨੂੰ, ਜਿਸ ਢੰਗ ਨਾਲ ਆਪਣੀ ਇਸ ਧਰਤੀ ਦਾ ਪਾਣੀ ਗੰਧਲੇ ਹੋ ਰਹੇ ਨੇ, ਨਸ਼ਿਆਂ ਵਿੱਚ ਜਵਾਨੀ ਜਾ ਰਹੀ ਹੈ, ਉਹ ਸਾਰੀਆਂ ਇੱਕ ਚਿੰਤਾਵਾਂ ਦਾ ਵਿਸ਼ਾ ਹੈ। ਚਿੰਤਾ ਹੁੰਦੀ ਹੈ, ਉਹਨੂੰ ਲੈ ਕੇ ਕਿਤੇ ਨਾ ਕਿਤੇ ਕੋਸ਼ਿਸ਼ ਵੀ ਕਰੀਦੀ ਆ ਬਤੌਰ ਆਰਟਿਸਟ, ਬਤੌਰ ਲੇਖਕ, ਕਿ ਇਹੋ ਜਿਹੇ ਮੁੱਦੇ ਉੱਭਰਨੇ ਚਾਹੀਦੇ ਆ, ਲੋਕਾਂ 'ਚ ਜਾਗਰਤੀ ਪੈਦਾ ਹੋਣੀ ਚਾਹੀਦੀ ਆ। ਸੋ ਪੀਟੀਸੀ ਵੀ ਇੱਦਾਂ ਦੀਆਂ ਕੋਸ਼ਿਸ਼ਾਂ, ਆਪਣੇ ਜਿਹੜਾ ਪੀਟੀਸੀ ਦਾ ਬਾਕਸ ਆਫਿਸ ਹੈ ਉਹਦੇ 'ਚ ਇਹੋ ਜਿਹੀਆਂ ਫਿਲਮਾਂ ਵੀ ਬਣਦੀਆਂ ਨੇ। ਹੋਰ ਵੀ ਗਰੁੱਪ ਕਿਤੇ ਨਾ ਕਿਤੇ ਥੋੜ੍ਹੀਆਂ ਐਫਰਟਸ ਕਰਦੇ ਨੇ, ਪਰ ਮੈਨੂੰ ਲੱਗਦਾ ਉਹ ਘੱਟ ਨੇ। ਐਫਰਟਸ ਹੋਰ ਜ਼ਿਆਦਾ ਹੋਣੀਆਂ ਚਾਹੀਦੀਆਂ ਨੌਜਵਾਨਾਂ 'ਚ ਜਾਗਰਤੀ ਲਿਆਉਣ ਲਈ, ਤੇ ਪੰਜਾਬ ਨੂੰ ਸਾਫ਼ ਸੁਥਰਾ ਰੱਖਣ ਲਈ, ਤੇ ਇੱਕ ਪੋਲੀਟੀਕਲ ਲੈਵਲ 'ਤੇ ਵੀ ਇੱਕ ਲੜਾਈ ਲੜਨ ਦੀ ਲੋੜ ਹੈ ਇਸ ਵੇਲੇ ਪੰਜਾਬ ਨੂੰ। ਸੋ ਉਹ ਤੇ ਲਈ ਤਾਂ ਮੈਂ ਹਮੇਸ਼ਾ ਹੀ ਬਤੌਰ ਆਰਟਿਸਟ ਵੀ ਖੜ੍ਹਾ, ਤੇ ਬਤੌਰ ਇਨਸਾਨ ਤੇ ਪੰਜਾਬੀ ਹੋਣ ਦੇ ਨਾਤੇ ਵੀ ਮੇਰੀ ਹਰ ਪੰਜਾਬੀ ਦੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੀ ਧਰਤੀ ਲਈ, ਜਿਹਦਾ ਉਹ ਖਾਂਦਾ, ਜਿੱਥੇ ਉਹ ਆਪਣਾ ਜੀਵਨ ਬਤੀਤ ਕਰਦਾ, ਉਹਦੇ ਲਈ ਖੜ੍ਹਾ ਹੋਵੇ, ਸੁਚੇਤ ਰਵੇ। ਦਰਸ਼ਕਾਂ ਦੀ ਇੱਕ ਭੁੱਖ ਹੁੰਦੀ ਹੈ, ਇੱਕ ਚਾਹ ਹੁੰਦੀ ਹੈ। ਇੱਕ ਜੋ ਐਕਟਰ ਹੁੰਦਾ, ਇੱਕ ਆਰਟਿਸਟ ਹੁੰਦਾ, ਉਹਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ ਜਾਂ ਕਿੱਦਾਂ ਦੀ ਜ਼ਿੰਦਗੀ ਉਹ ਜਿਉਂਦਾ ਹੈ,
ਠੀਕ ਹੈ ਜੀ, ਤੁਹਾਡੀ ਇੱਕ ਚੀਜ਼ ਪਤਾ ਲੱਗ ਗਈ ਕਿ ਤੁਸੀਂ ਹਿਸਟਰੀ ਨੂੰ ਬਹੁਤ ਲਾਈਕ ਕਰਦੇ ਹੋ। ਇਸ ਤੋਂ ਇਲਾਵਾ ਤੁਸੀਂ ਵੇਲ ਦੇ ਵਿੱਚ ਕੀ ਕਰਦੇ ਹੋ, ਜਾਂ ਤੁਹਾਨੂੰ ਕਿਹੜੀਆਂ ਚੀਜ਼ਾਂ ਪਸੰਦ ਨੇ, ਕਿਹੜੀਆਂ ਚੀਜ਼ਾਂ ਟੁੰਬਦੀਆਂ ਨੇ? ਮੈਨੂੰ ਥੋੜਾ ਜਿਹਾ ਐਡਵੈਂਚਰ ਸਪੋਰਟਸ ਪਸੰਦ ਨੇ। ਸੋ ਮੈਂ ਹਾਰਸ ਰਾਈਡਿੰਗ ਕਰਦਾ, ਮੈਨੂੰ ਕਾਫੀ ਸ਼ੌਂਕ ਹੈ। ਹਾਰਸ ਰਾਈਡਿੰਗ ਕਰਦੇ ਕਰਦੇ ਮੈਂ ਬਾਂਹ ਵੀ ਤੜਾ ਲਈ ਆਪਣੀ। ਉਸ ਤੋਂ ਬਾਅਦ ਫਿਰ ਮੈਂ ਜਾ ਕੇ ਟੁੱਟੀ ਬਾਂਹ ਨਾਲ ਘੋੜੇ ਤੇ ਫਿਰ ਚੜ ਗਿਆ ਕਿ ਨਹੀਂ, ਇਹ ਕੰਮ ਕਰਨਾ ਹੀ ਹੈ। ਹੋਰ ਵੀ ਜਿੰਨੇ ਸਕਾਈ ਡਾਈਵਿੰਗ ਹੋ ਗਈ, ਸਕੂਬਾ ਡਾਈਵਿੰਗ ਹੋ ਗਈ, ਇਹੋ ਜਿਹੇ ਸਪੋਰਟਸ ਵੈਂਚਰ ਜਾਂ ਟਰੈਕਿੰਗ ਹੋ ਗਈ। ਕੱਲ੍ਹ ਹੀ ਮੈਂ ਟਰੈਕਿੰਗ ਕਰਕੇ ਆਇਆ, ਪਹਾੜਾਂ ਦੇ ਵਿੱਚ ਗਏ ਸੀਗੇ। ਸੋ ਇਹੋ ਜਿਹੀਆਂ ਚੀਜ਼ਾਂ ਜਿੱਥੇ ਨੇਚਰ 'ਚ ਜਾਣ ਦਾ, ਨੇਚਰ 'ਚ ਰਹਿਣ ਦਾ, ਵਸਣ ਦਾ ਮੌਕਾ ਮਿਲਦਾ, ਮੈਂ ਉਹ ਜਦੋਂ ਵੀ ਬ੍ਰੇਕ ਮਿਲਦੀ ਇਹੋ ਜਿਹੇ ਕੰਮ ਕਰ ਲੈਂਦਾ। ਕਿਸੇ ਟਾਈਮ ਮੈਂ ਬਹੁਤ ਜ਼ਿਆਦਾ ਪੜ੍ਹਦਾ ਵੀ ਸੀ। ਅੱਜ ਕੱਲ੍ਹ ਕਿਤਾਬਾਂ ਤੋਂ ਮੈਂ ਕਾਫੀ ਦੂਰ ਹਾਂ। ਉਹ ਮੈਨੂੰ ਜ਼ਰੂਰ ਇੱਕ ਚੀਜ਼ ਮਿਸ ਹੁੰਦੀ ਹੈ। ਮੇਰੇ ਬੈੱਡ ਦੇ ਕੋਲ ਕਿਤਾਬ ਜ਼ਰੂਰ ਹਮੇਸ਼ਾ ਪਈ ਹੁੰਦੀ, ਪਰ ਉਹ ਖੋਲ੍ਹਣ ਤੇ ਉਹਦੇ ਤੱਕ ਪਹੁੰਚਣਾ ਹੁਣ ਅੱਜ ਕੱਲ੍ਹ ਸੰਘਰਸ਼ ਬਣਿਆ ਪਿਆ, ਕਿਉਂਕਿ ਮੋਬਾਈਲ ਦੇ ਵਿੱਚ ਹੀ ਸੋਸ਼ਲ ਮੀਡੀਆ ਦਾ ਹੋਰ ਬਾਕੀ ਇੰਨਾ ਕੁਛ ਆ ਗਿਆ ਕਿ ਉਹ ਰੱਖ ਕੇ ਟੈਂਪਟੇਸ਼ਨ ਛੱਡ ਕੇ ਕਿਤਾਬ ਚੱਕਣੀ ਥੋੜ੍ਹੀ ਜਿਹੀ ਮੇਰੇ ਲਈ ਅੱਜ ਤੱਕ ਔਖੀ ਆ। ਤੇ ਮੈਂ ਇਹ ਆਪਣੀ ਵੀਕਨੈਸ ਸਮਝਦਾ ਕਿ ਕਿਤਾਬਾਂ ਦੇ ਨਾਲ ਪਿਆਰ ਰੱਖਣਾ ਇੱਕ ਆਰਟਿਸਟ ਨੂੰ, ਵੈਸੇ ਵੀ ਹਰ ਬੰਦੇ ਨੂੰ ਕਿਤਾਬਾਂ 'ਚੋਂ ਜੋ ਮਿਲਦਾ ਉਹ ਕਿਸੇ ਚੀਜ਼ 'ਚੋਂ ਨਹੀਂ ਮਿਲ ਸਕਦਾ। ਤੇ ਜੇ ਗੱਲ ਕਰੀਏ ਤੁਹਾਡੀ ਜ਼ਿੰਦਗੀ ਦੀ, ਜਾਂ ਤੁਸੀਂ ਜਿੰਨਾ ਕੁ ਹੁਣ ਤੱਕ ਇੱਥੇ ਤੱਕ ਆਏ ਹੋ, ਤਾਂ ਇਸ ਤੋਂ ਇਲਾਵਾ ਜੋ ਫਿਲਮਾਂ ਤੋਂ ਇਲਾਵਾ ਤੁਸੀਂ ਲਿਖਦੇ ਹੋ, ਤਾਂ ਇਸ ਤੋਂ ਅਗਲੇ ਤੁਹਾਡੇ ਪ੍ਰੋਜੈਕਟ ਕੀ ਨੇ, ਜਾਂ ਤੁਸੀਂ ਕੀ ਸੋਚਦੇ ਹੋ ਅੱਗੇ ਕਿਹੋ ਜਿਹਾ ਕੁਝ ਹਾਲਾਤਾਂ ਨੂੰ ਦੇਖ ਕੇ, ਜਾਂ ਫਿਲਮ ਇੰਡਸਟਰੀ ਦੇ ਲਈ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਕਿਹੋ ਜਿਹਾ ਹੋਵੇ, ਜਾਂ ਸਾਡੇ ਸਿਨੇਮਾ ਨੂੰ ਕਿਹੋ ਜਿਹੀ ਚੀਜ਼ਾਂ ਹੋਰ ਐਕਸਪੈਰੀਮੈਂਟ ਚਾਹੀਦੇ ਨੇ? ਪੰਜਾਬੀ ਸਿਨੇਮਾ ਨੂੰ ਤਾਂ ਬਹੁਤ ਅਜੇ ਕੁਝ ਕਰਨ ਦੀ ਲੋੜ ਹੈ। ਪੰਜਾਬੀ ਸਿਨੇਮਾ ਤਾਂ ਜਿੱਦਾਂ ਹਾਸੇ ਠੱਠੇ 'ਚੋਂ ਬਾਹਰ ਨਹੀਂ ਆ ਰਿਹਾ ਬੜੀ ਦੇਰ ਤੋਂ। ਆਪਾਂ ਇੱਕੋ ਹੀ ਲੂਪ 'ਚ ਫਸੇ ਹੋਏ, ਇੱਕੋ ਜਿਹੀਆਂ ਫਿਲਮਾਂ ਬਣੀ ਜਾ ਰਹੀਆਂ, ਇੱਕੋ ਜਿਹੇ ਟਾਈਟਲ ਹੁੰਦੇ ਆ, ਇੱਕੋ ਜਿਹੀ ਸਟਾਰ ਕਾਸਟ ਹੁੰਦੀ ਹੈ, ਉੱਥੇ ਘੁੰਮੀ ਫਿਰੀ ਜਾ ਰਹੇ ਆ। ਤੇ ਪੰਜਾਬੀ ਠੀਕ ਹੈ, ਹਾਸਾ ਠੱਠਾ ਬੜਾ ਵੱਡਾ ਇਹਨਾਂ ਦਾ ਹੈਗਾ ਅੰਗ ਹੈ ਨਾ। ਤੇ ਜਦੋਂ ਵੀ ਮਤਲਬ ਪੰਜਾਬੀ ਇਕੱਠੇ ਹੁੰਦੇ ਆ, ਉਹ ਹੈਗਾ ਇਹਨਾਂ ਦੇ ਸੁਭਾਅ 'ਚ। ਪਰ ਪੰਜਾਬੀਆਂ ਦੇ ਸੁਭਾਅ 'ਚ ਹੋਰ ਵੀ ਬੜਾ ਕੁਛ ਆ। ਬਹਾਦਰੀ ਦੀਆਂ ਦਾਸਤਾਨਾਂ ਜਿੰਨੀਆਂ ਪੰਜਾਬੀਆਂ ਨੇ ਲਿਖੀਆਂ ਨੇ, ਜਿੰਨੀਆਂ ਕੁਰਬਾਨੀਆਂ ਆਜ਼ਾਦੀ ਲਈ ਪੰਜਾਬੀਆਂ ਨੇ ਕੀਤੀਆਂ ਨੇ, ਉਹ ਸਾਰਾ ਕੁਝ ਵੀ ਕਿਤੇ ਨਾ ਕਿਤੇ ਪੰਜਾਬੀ ਸਿਨੇਮਾ ਦੇ ਰੂਪ 'ਚ ਸਾਹਮਣੇ ਆਉਣਾ ਚਾਹੀਦਾ, ਜਿਹਦੀ ਇੱਕ ਕੋਸ਼ਿਸ਼ ਇਹ ਬਾਗੀ ਦੀ ਧੀ ਹੈ। ਸੋ ਮੈਨੂੰ ਜਦੋਂ ਵੀ ਇਹੋ ਜਿਹਾ ਕੁਝ ਆਪ ਕਰਨ ਦਾ, ਜਾਂ ਬਤੌਰ ਆਰਟਿਸਟ ਮੈਂ ਐਕਟਰ ਇਹਦੇ ਨਾਲ ਜੁੜਿਆ ਵਾਂ, ਤੇ ਉਹ ਮੈਨੂੰ ਜਦੋਂ ਵੀ ਮੌਕਾ ਮਿਲੂਗਾ ਮੈਂ ਜ਼ਰੂਰ ਕਰੂੰਗਾ। ਕਦੇ ਚੰਗੇ ਹੁੰਦੇ ਨੇ ਦਿਨ, ਕਦੇ ਮਾੜੇ ਹੁੰਦੇ ਨੇ, ਅਪਸ ਐਂਡ ਡਾਊਨਸ ਚੱਲਦੇ ਰਹਿੰਦੇ ਨੇ। ਕੋਈ ਇਹੋ ਜਿਹੇ ਪਲ ਜ਼ਿੰਦਗੀ ਨੇ ਜਿਹੜੇ ਤੁਸੀਂ ਕਦੇ ਵੀ ਨਹੀਂ ਭੁੱਲਦੇ, ਕੋਈ ਸਾਂਝਾ ਕਰਨਾ ਚਾਹੋ ਜ਼ਿੰਦਗੀ ਨੇ ਦਿੱਤਾ? ਮੈਂ ਕੋਈ ਐਡਾ ਬਜ਼ੁਰਗ ਨਹੀਂ ਹੋਇਆ। ਤੁਸੀਂ ਇਹ ਪਹਿਲੀ ਗੱਲ ਤਾਂ ਇਹ ਕੀਤਾ ਕਿ ਮੇਰੀ ਉਮਰ ਰਿਵੀਲ ਕਰਤੀ ਆ। ਜ਼ਿਆਦਾਤਰ ਐਕਟਰ ਰਿਵੀਲ ਨਹੀਂ ਕਰਦੇ ਉਹ ਖੈਰ ਇੰਟਰਨੈਟ ਦੇ ਉੱਤੇ ਉਹ ਹੈਗੀ ਆ, ਮੈਂ ਇੰਟੈਂਸ਼ਨਲੀ ਪਾਈ ਆ। ਪਰ ਮੈਂ ਫਿਰ ਵੀ ਇਦਾਂ ਇਸ ਸਟੇਜ ਦੇ ਉੱਤੇ ਨਹੀਂ ਆ ਗਿਆ ਕਿ ਮੈਂ ਜ਼ਿੰਦਗੀ ਦੇ ਸਬਕ ਦੇਣ ਲੱਗਾ, ਮੱਤਾਂ ਦੇਣ ਲੱਗਾ। ਪਰ ਮੈਂ ਜਿੰਨੀ ਕੁ ਮੈਂ ਸਿੱਖਿਆ ਵਾ ਜ਼ਿੰਦਗੀ ਤੋਂ ਕਿ ਇਹ ਮਤਲਬ ਜਰਨੀ ਆ, ਸਫ਼ਰ ਹੈ। ਹਰ ਮੂਵਮੈਂਟ ਦੇ ਵਿੱਚ ਤੁਸੀਂ ਰਹੋ, ਇੰਜੋਏ ਕਰੋ। ਇਸ ਵੇਲੇ ਮੈਂ ਇੱਥੇ ਬੈਠਾ ਤੇ ਮੈਂ ਇੱਥੇ ਹੀ ਹਾਂ, ਇਸ ਮਾਹੌਲ ਦੇ ਵਿੱਚ ਮੈਂ ਇੰਜੋਏ ਕਰ ਰਿਹਾ। ਮੈਨੂੰ ਕੋਈ ਭੁੱਖ ਨਹੀਂ ਕਿ ਮੈਂ ਫਟਾਫਟ ਜਾ ਕੇ ਹੁਣ ਦੂਜਾ ਕੰਮ ਮੇਰੇ ਦਿਮਾਗ 'ਚ ਹੈ ਨਹੀਂ ਗਾ ਇਸ ਵੇਲੇ। ਕੰਮ ਬਹੁਤ ਸਾਰੇ ਪੈਂਡਿੰਗ ਸੀ ਅੱਜ ਦੇ। ਮੈਂ ਸੋਚ ਕੇ ਇਹੀ ਆਇਆ ਸੀ ਕਿ ਲੰਚ ਤੱਕ ਇੱਥੇ ਨਿਪਟਾ ਕੇ ਤੇ ਫਿਰ ਆਪਣਾ ਬਾਕੀ ਜਿਹੜੇ ਜ਼ਿੰਮੇਵਾਰੀਆਂ ਨੇ ਉਹ ਕਰੂੰਗਾ। ਮੇਰੇ ਫੋਨ ਦੇ ਉੱਤੇ ਮੈਸੇਜ ਵੀ ਆ ਰਹੇ, ਕਾਲਾਂ ਵੀ ਆ ਰਹੀਆਂ, ਪਰ ਮੈਂ ਉਹਨਾਂ ਤੋਂ ਲਾਂਭੇ ਆ ਤੇ ਇੱਥੇ ਬੈਠਾ। ਮੈਨੂੰ ਇਹ ਬੜਾ ਜ਼ਿੰਦਗੀ ਦਾ ਇੱਕ ਉਹ ਲੱਗਦੀ ਚੰਗੀ ਚੀਜ਼, ਤੇ ਮੈਂ ਕਾਫੀ ਹੱਦ ਤੱਕ ਇਹਨੂੰ ਅਪਣਾਉਣਾ ਵੀ ਆ ਕਿ ਜਿੱਥੇ ਤੁਸੀਂ ਹੋ ਉੱਥੇ ਦੇ ਰਹੋ, ਉੱਥੇ 100% ਦਿਓ। ਸੋ ਆਹੀ ਹੈ ਬਸ। ਠੀਕ ਹੈ ਜੀ। ਤੇ ਹੁਣ ਗੱਲ ਕਰਦੇ ਹਾਂ ਫਿਲਮ ਦੀ ਸਭ ਤੋਂ ਛੋਟੀ ਆਰਟਿਸਟ ਦੇ ਨਾਲ, ਛੋਟੀ ਐਕਟਰ ਦੇ ਨਾਲ। ਤੁਸੀਂ ਜਿਹੜੀ ਇਹ ਬਾਗੀ ਫਿਲਮ ਕਰ ਰਹੇ ਹੋ, ਕੀਤੀ ਹੈ ਬਾਗੀ ਫਿਲਮ, ਤਾਂ ਇਹਦੇ ਵਿੱਚ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ? ਬਹੁਤ ਵਧੀਆ ਰਿਹਾ। ਤੇ ਫਸਟ ਆਫ ਆਲ ਮੈਨੂੰ ਜਦੋਂ ਕੁਲਜਿੰਦਰ ਸਰ ਮੇਰੇ ਨਾਲ ਹੁੰਦੇ ਸੀ ਤਾਂ ਮੈਨੂੰ ਕਦੇ ਫਾਦਰ ਦੀ ਫੀਲਿੰਗ ਹੀ ਨਹੀਂ ਮਿਸ ਹੋਈ, ਤੇ ਮਤਲਬ ਕਦੇ ਮਿਸ ਹੀ ਨਹੀਂ ਕੀਤਾ ਪਾਪਾ ਨੂੰ। ਐਂਡ ਮੁਕੇਸ਼ ਸਰ ਦੀ ਜੇ ਗੱਲ ਕਰਾਂ ਤਾਂ ਫਿਰ ਦੁਸ਼ਹਿਰੇ ਵਾਲੇ ਦਿਨ ਦੀ ਗੱਲ ਦੱਸਦੀ ਹਾਂ ਮੈਂ। ਤੇ ਦੁਸ਼ਹਿਰੇ ਵਾਲੇ ਦਿਨ ਮੈਂ ਜਾ ਨਹੀਂ ਪਾਈ ਦੁਸ਼ਹਿਰੇ 'ਤੇ, ਬਿਕੋਜ਼ ਸਾਡੀ ਸ਼ੂਟ ਚੱਲ ਰਹੀ ਸੀ। ਅਤੇ ਮਤਲਬ ਅੰਦਰੋਂ ਤਾਂ ਮੈਨੂੰ ਹੋ ਰਿਹਾ ਸੀ ਕਿ ਮੈਂ ਜਾਵਾਂ, ਮਤਲਬ ਮੈਨੂੰ ਲੱਗਦਾ ਮੈਨੂੰ ਜਾਣਾ ਚਾਹੀਦਾ, ਮੈਂ ਜਾਣਾ। ਅਤੇ ਮੈਂ ਰੋ ਰਹੀ ਸੀ ਤਾਂ ਇੱਕਦਮ ਇੱਕ ਆਪਣੇ ਅਮਨ ਵੀਰ ਜੀ ਆਏ, ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਨਾ ਮੁਕੇਸ਼ ਸਰ ਬੁਲਾ ਰਹੇ ਹੈ। ਮੈਨੂੰ ਲੱਗਿਆ ਕਿ ਚਲੋ ਮੈਂ ਰੋ ਰਹੀ ਹਾਂ ਤਾਂ ਕਰਕੇ ਚੁੱਪ ਕਰਾਉਣ ਲਈ ਬੁਲਾ ਰਹੇ ਹੋਣਗੇ। ਜਿੱਦਾਂ ਹੀ ਮੈਂ ਗਈ, ਸਾਡਾ ਉੱਥੇ ਸਾਰਾ ਸੈਟਅਪ ਰਾਵਣ ਦਾ ਲਾਇਆ ਹੋਇਆ। ਉੱਥੇ ਇੰਨਾ ਵੱਡਾ ਰਾਵਣ ਉਹਨਾਂ ਨੇ ਖੜਾ ਕੀਤਾ ਹੋਇਆ, ਐਂਡ ਉੱਥੇ ਮਿਠਾਈਆਂ ਰੱਖੀਆਂ ਹੋਈਆਂ, ਐਂਡ ਮੈਂ ਲਿਟਰਲੀ ਰੋ ਪਈ। ਮੈਂ ਕਿਹਾ ਵਾਓ ਇੱਦਾਂ। ਅਤੇ ਫਿਰ ਮੁਕੇਸ਼ ਸਰ ਨੇ ਮੇਰੇ ਤੋਂ ਰਾਵਣ ਨੂੰ ਅੱਗ ਲਗਵਾਈ, ਅਤੇ ਫਿਰ
ਉਹ ਮੇਰੀ ਸਭ ਤੋਂ ਬੈਸਟ ਮੂਮੈਂਟ ਸੀਗੀ ਇਸ ਫਿਲਮ ਦੀ। ਠੀਕ ਹੈ। ਤੇ ਤੇ ਐਂਜਲ, ਜਦੋਂ ਆਪਾਂ ਸੈੱਟ ਤੇ ਹੁੰਨੇ ਆ ਫਿਲਮ ਦੀ, ਜਦੋਂ ਸਾਰੀ ਪ੍ਰੋਡਕਸ਼ਨ ਚੱਲ ਰਹੀ ਹੁੰਦੀ ਹੈ ਤਾਂ ਉੱਥੇ ਕੀ ਹੁੰਦਾ ਹੈ, ਤੁਹਾਡਾ ਕੋਈ ਸੀਨ ਹੁੰਦਾ ਹੈ, ਤੁਹਾਡਾ ਟੇਕ ਲੈਣੇ ਪੈਂਦੇ ਨੇ, ਇੱਕ ਵਾਰੀ ਨਹੀਂ ਹੋਇਆ, ਦੂਜੀ ਵਾਰੀ, ਤੀਜੀ ਵਾਰੀ। ਤੁਸੀਂ ਇੱਕ ਬਹੁਤ ਛੋਟੇ ਹੋ ਤਾਂ ਖੈਰ ਫਿਲਮਾਂ ਤੁਸੀਂ 30 ਤੋਂ ਵੱਧ ਕਰ ਚੁੱਕੇ ਹੋ, ਇੰਨੀ ਤੁਹਾਡੀ ਉਮਰ ਵੀ ਨਹੀਂ ਹੈਗੀ, ਪਰ ਜਦੋਂ ਤੁਸੀਂ ਉੱਥੇ ਕੋਈ ਟੇਕ ਲੈ ਰਹੇ ਹੁੰਨੇ ਹੋ, ਤੁਸੀਂ ਕੋਈ ਸੀਨ ਫਿਲਮਾਉਣਾ ਹੁੰਦਾ ਹੈ ਤਾਂ ਉੱਥੇ ਤੁਹਾਡੇ ਤੋਂ ਕੋਈ ਗਲਤੀ ਹੁੰਦੀ, ਤੁਹਾਨੂੰ ਇਹ ਲੋਕ ਸਭ ਡਾਂਟਦੇ ਵੀ ਨੇ ਜਾਂ ਬਾਗੀ ਦੇ ਵਿੱਚ ਤੁਹਾਡੇ ਨਾਲ ਇਦਾਂ ਹੋਇਆ ਹੋਵੇ? ਡਾਂਟਦੇ ਤਾਂ ਲਾਈਕ ਡਾਂਟਣਾ ਨਹੀਂ ਕਹਿ ਸਕਦੇ, ਸਮਝਾਉਂਦੇ ਆ ਸਰ, ਸਮਝਾਉਂਦੇ ਆ ਫਿਰ ਜਿਹੜੇ ਜਿਨ੍ਹਾਂ ਨਾਲ ਮਤਲਬ, ਕਿਉਂਕਿ ਸਰ ਵੀ ਮੇਰੇ ਤੋਂ ਸੀਨੀਅਰ ਹੈ, ਮੁਕੇਸ਼ ਸਰ ਵੀ ਮੇਰੇ ਤੋਂ ਸੀਨੀਅਰ ਹੈ, ਤਾਂ ਕਰਕੇ ਸਮਝਾ ਦਿੰਦੇ ਆ ਕਿ ਬੇਟਾ ਜੋ ਤੁਸੀਂ ਇਹ ਕਰ ਰਹੇ ਹੋ ਇਹ ਨਹੀਂ ਹੈਗਾ, ਅਸਲ 'ਚ ਇਹ ਹੈ। ਬਟ ਕਦੇ ਡਾਂਟ ਤਾਂ ਨਹੀਂ ਪਈ ਮੈਨੂੰ। ਬਾਕੀ ਬਸ ਮੁਕੇਸ਼ ਸਰ ਤਾਂ ਸੱਚੀ ਬਹੁਤ ਪਿਆਰ ਕਰਦੇ, ਸਰ ਵੀ ਬਹੁਤ ਪਿਆਰ ਕਰਦੇ, ਸਾਰੇ ਬਹੁਤ ਪਿਆਰ ਕਰਦੇ ਸੀ ਮੈਨੂੰ। ਐਂਜਲ, ਆਪਾਂ ਨੂੰ ਕਿਤੇ ਨਾ ਕਿਤੋਂ ਇਨਸਪੀਰੇਸ਼ਨਸ ਮਿਲਦੀਆਂ ਨੇ, ਕਿਤੋਂ ਆਦਰਸ਼ ਮਿਲਦਾ, ਆਪਾਂ ਕਿਸੇ ਨੂੰ ਦੇਖਦੇ ਕਿ ਮੈਂ ਇਹਦੇ ਵਰਗਾ ਬਣਨਾ ਜਾਂ ਮੈਂ ਇੱਥੋਂ ਆਪਣੀ ਪ੍ਰੇਰਨਾ ਲੈਣਾ। ਤੁਸੀਂ ਉਹ ਚੀਜ਼ ਕਿੱਥੋਂ ਲੈਂਦੇ ਹੋ, ਇੰਨੀ એનર્ਜੀ ਕਿੱਥੋਂ ਲੈਂਦੇ ਹੋ? ਐਨਰਜੀ ਤਾਂ ਜੈਨੇਟਿਕਲੀ ਹੈ ਵੈਸੇ ਤਾਂ, ਬਿਕਾਜ਼ ਮੇਰੇ ਪਾਪਾ ਜਿਹੜੇ ਨੇ ਜੀ ਹਮੇਸ਼ਾ ਐਨਰਜੀ 'ਚ ਹੀ ਰਹਿੰਦੇ ਨੇ, ਕੰਮ ਲਈ ਬਹੁਤ ਸੀਰੀਅਸ ਨੇ, ਮੇਰੇ ਫਾਦਰ ਵੀ ਇਸੇ ਲਾਈਨ ਦੇ ਵਿੱਚ ਨੇ। ਤੇ ਬਾਕੀ ਜਿਨ੍ਹਾਂ ਨੂੰ ਵੈਸੇ ਮੈਂ ਇੱਕ ਗੱਲ ਕਹਿੰਦੀ ਹਾਂ, ਮੈਂ ਹਮੇਸ਼ਾ ਇਹੀ ਕਹਿੰਦੀ ਹਾਂ ਕਿ ਕੋਈ ਬੱਚੇ ਹੁੰਦੇ ਆ ਕਿ ਉਹ ਕਹਿੰਦੇ ਕਿ ਹਾਂ ਮੈਂ ਆਹ ਬਣਨਾ, ਮੈਂ ਇਹਦੇ ਵਰਗਾ ਬਣਨਾ, ਬਟ ਆਈ ਥਿੰਕ ਕਿ ਮੈਂ ਦਿਲਨੂਰ ਕੌਰ ਬਣਨਾ, ਮੈਂ ਕਿਸੇ ਵਰਗਾ ਨਹੀਂ ਬਣਨਾ ਮੇਰੀ, ਕਿਉਂਕਿ ਮੈਂ ਇਹ ਚਾਹੁੰਦੀ ਹਾਂ ਵੀ ਮੈਨੂੰ ਲੋਕ ਕਹਿਣ ਕਿ ਹਾਂ ਅਸੀਂ ਇਹਦੇ ਵਰਗਾ ਬਣਨਾ, ਮੈਂ ਨਾ ਕਿਸੇ ਨੂੰ ਕਹਾਂ ਕਿ ਮੈਂ ਇਹਦੇ ਵਰਗਾ ਬਣਨਾ। ਤੁਸੀਂ ਕਿਸੇ ਲਈ ਇਨਸਪੀਰੇਸ਼ਨ ਬਣੋ। ਦੈਟਸ ਵਾਈ ਜੀ। ਤੇ ਦਿਲਨੂਰ, ਸਭ ਤੋਂ ਪਹਿਲਾਂ ਤੁਸੀਂ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ, ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਤੁਹਾਡੀ 25 ਤਰੀਕ ਨੂੰ ਮੂਵੀ ਆ ਰਹੀ ਹੈ, ਉਹਦੇ ਲਈ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੀ ਫਿਲਮ ਬਾਗੀ ਦੀ ਧੀ 25 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ। ਤੁਸੀਂ ਜ਼ਰੂਰ ਜਾਇਓ, ਸਾਡੀ ਫਿਲਮ ਨੂੰ ਸਪੋਰਟ ਕਰਿਓ। ਟੀਮ ਨੇ ਬਹੁਤ ਹਾਰਡ ਵਰਕ ਕੀਤਾ ਐਂਡ ਸਾਰੇ ਜਾਣੇ ਆਪਣੇ ਛੋਟੇ ਭੈਣਾਂ ਨੂੰ, ਭਰਾਵਾਂ ਨੂੰ, ਆਪਣੀ ਫੈਮਲੀਜ਼ ਨੂੰ, ਸਪੈਸ਼ਲੀ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ ਦੇਖਣ ਲਈ ਮੂਵੀ ਸਾਡੀ ਬਾਗੀ ਦੀ ਧੀ। ਜੀ ਸਿੱਧੂ ਸਾਹਿਬ, ਤੁਹਾਡੇ ਵੱਲੋਂ ਆਪਣੇ ਪਲੱਸ ਟੀਵੀ ਦੇ ਥਰੂ ਕੋਈ ਜੋ ਸੁਨੇਹਾ ਤੁਸੀਂ ਦੇਣਾ ਹੋਵੇ? ਸੁਨੇਹਾ ਇਹੀ ਹੈ ਦਰਸ਼ਕਾਂ ਨੂੰ ਕਿ ਤੁਸੀਂ ਹੋਰ ਹਰ ਤਰ੍ਹਾਂ ਦੀਆਂ ਫਿਲਮਾਂ ਦੇਖਦੇ ਹੋ, ਐਂਟਰਟੇਨਮੈਂਟ ਦੇ ਲਈ ਜਾਂਦੇ ਹੋ, ਹਾਸਾ ਠੱਠਾ ਕਰਦੇ ਹੋ ਫਿਲਮ ਦੇ ਵਿੱਚ, ਪਰ ਕਦੀ ਕਦੀ ਇਹੋ ਜਿਹੀ ਫਿਲਮ ਦੇਖਣ ਵੀ ਜਾਓ, ਬਾਗੀ ਦੀ ਧੀ, ਜਿਹੜੀ ਤੁਹਾਡੀਆਂ ਭਾਵਨਾਵਾਂ ਨੂੰ ਜਗਾਊਗੀ। ਇਤਿਹਾਸ ਦਾ ਇੱਕ ਪੰਨਾ ਹੈ ਜਿਹੜਾ ਮੁਕੇਸ਼ ਜੀ ਨੇ, ਸਾਡੀ ਪੂਰੀ ਟੀਮ ਨੇ ਤੁਹਾਡੇ ਸਾਹਮਣੇ ਇਤਿਹਾਸ ਦੀ ਇੱਕ ਦਾਸਤਾਨ ਇੱਕ 2.5 ਘੰਟੇ ਦੀ ਫਿਲਮ ਦੇ ਵਿੱਚ ਪੇਸ਼ ਕੀਤੀ ਆ। ਤੁਹਾਡੇ ਜਜ਼ਬਾਤਾਂ ਨੂੰ ਇਹ ਫਿਲਮ ਜ਼ਰੂਰ ਟੁੰਬੇਗੀ। ਤੁਸੀਂ ਜੇ ਰੋਗੇ ਵੀ ਤੇ ਤੁਹਾਡੇ ਅੰਦਰ ਬੜੇ ਤੁਸੀਂ ਹਲਕੇ ਮਹਿਸੂਸ ਕਰੋਗੇ, ਕਿਉਂਕਿ ਆਪਣੇ ਦੁੱਖ ਲਈ ਤਾਂ ਆਪਾਂ ਸਾਰੇ ਰੋਂਦੇ, ਪਰ ਜਦੋਂ ਕਿਸੇ ਦੂਜੇ ਦੇ ਦੁੱਖ ਲਈ ਤੇ ਖਾਸ ਤੌਰ ਤੇ ਆਪਣੇ ਯੋਧਿਆਂ ਦੇ ਦੁੱਖ ਦੇ ਵਿੱਚ ਜਦੋਂ ਆਪਾਂ ਸ਼ਾਮਿਲ ਹੋ ਕੇ ਰੋਂਦੇ ਹਾਂ, ਬੜਾ ਹਲਕਾ ਮਹਿਸੂਸ ਕਰਦੇ ਹਾਂ। ਸੋ ਬੜੀ ਅੱਛੀ ਫਿਲਮ ਬਣੀ ਹੈ, ਬਹੁਤ ਜਜ਼ਬਾਤਾਂ ਨੂੰ ਟੁੰਬਦੀ ਹੋਈ ਇੱਕ ਕਹਾਣੀ ਤੇ ਇੱਕ ਬੜੀ ਸਿੰਸੀਅਰ ਐਫਰਟ ਹੈ ਸਾਡੀ ਟੀਮ ਵੱਲੋਂ। ਡੂ ਵਾਚ ਦਿਸ ਔਨ 25th of November। ਜੀ ਮੁਕੇਸ਼ ਜੀ ਤੇ ਆਪਣੇ ਸਿੱਧੂ ਸਾਹਿਬ, ਐਂਜਲ, ਤੁਹਾਨੂੰ ਸਭ ਨੂੰ ਫਿਲਮ ਦੇ ਲਈ ਬਹੁਤ ਸ਼ੁਭਕਾਮਨਾਵਾਂ। ਤੇ ਡਾਇਰੈਕਟਰ ਸਾਹਿਬ, ਤੁਸੀਂ ਆਪਣੀ ਫਿਲਮ ਦੇ ਲਈ ਤੁਸੀਂ ਇੱਕ ਇਸ ਨੂੰ ਖੇਡਿਆ ਹੈ ਨਾ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਬਸ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਕਿ ਪੰਜਾਬੀ ਸਿਨੇਮਾ ਨੂੰ ਹੋਰ ਚਾਰ ਚੰਨ ਲਾਉਣ ਲਈ, ਪੰਜਾਬੀ ਸਿਨੇਮਾ ਨੂੰ ਹੋਰ ਚਾਰ ਚੰਨ ਲਾਉਣ ਲਈ ਇਹ ਫਿਲਮ ਦੇਖਣਾ ਕਿਤੇ ਨਾ ਕਿਤੇ ਜ਼ਰੂਰੀ ਹੈ, ਤਾਂ ਕਿ ਤੁਹਾਨੂੰ ਅਸੀਂ ਸਾਰੇ ਜਣੇ ਸੈਲੀਬ੍ਰੇਟ ਕਰ ਸਕੀਏ ਉਹਨਾਂ ਮੂਮੈਂਟਸ ਨੂੰ ਕਿ ਜਿੱਥੇ ਹਰ ਤਰ੍ਹਾਂ ਦੀ ਫਿਲਮਾਂ, ਅਗਰ ਅਸੀਂ ਸਾਊਥ ਸਿਨੇਮਾ ਦੀ ਗੱਲ ਕਰੀਏ ਜਾਂ ਕਿਸੇ ਹੋਰ ਸਿਨੇਮਾ ਦੀ ਗੱਲ ਕਰੀਏ ਤੇ ਉਹ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਜਾਂਦੀਆਂ ਨੇ, ਡਿਫਰੈਂਟ ਫੈਸਟੀਵਲ 'ਚ ਜਾਂਦੀਆਂ ਨੇ, ਲੇਕਿਨ ਪੰਜਾਬੀ ਸਿਨੇਮਾ ਕਿਤੇ ਨਾ ਕਿਤੇ ਹਾਲੇ ਥੋੜ੍ਹਾ ਜਿਹਾ ਉਸ ਰਸਤੇ ਤੋਂ ਕਿਤੇ ਨਾ ਕਿਤੇ ਹਾਲੇ ਪਿੱਛੇ ਹੈ। ਤੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਇੰਨੀ ਕੁ ਵੈਰਾਈਟੀ ਬਣਾਈਏ, ਇੰਨੀ ਕੁ ਤਰ੍ਹਾਂ ਦਾ ਸਿਨੇਮਾ ਪੰਜਾਬੀ 'ਚ ਕ੍ਰੀਏਟ ਕਰੀਏ ਜਿਹਦੇ 'ਚ ਹਿਸਟਰੀ ਵੀ ਹੈ, ਕਲਚਰ ਵੀ ਹੈ, ਕਾਮੇਡੀ ਵੀ ਹੈ ਡੈਫੀਨੇਟਲੀ। ਤੇ ਉਹ ਸਿਨੇਮਾ ਜਿਹੜਾ ਹੈਗਾ ਉਹ ਕੈਟਰ ਕਰੀਏ ਜਿਹੜਾ ਕਿ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ, ਅਗਰ ਅਸੀਂ ਹਾਲੀਵੁੱਡ ਦੀ ਗੱਲ ਕਰਦੇ ਹਾਂ ਤਾਂ ਫਿਰ ਜਿਹੜਾ ਪੰਜਾਬੀ ਸਾਡਾ ਸਿਨੇਮਾ ਹੈ ਇਹ ਵੀ ਉੱਤੋਂ ਕਿਤੇ ਨਾ ਕਿਤੇ ਐਟ ਪਾਰ ਕਿਤੇ ਪਹੁੰਚੇ, ਤੇ ਉਹ ਆਪਣੇ ਆਪ ਦੇ ਬੜੇ ਹੀ ਗੋਲਡਨ ਮੂਮੈਂਟਸ ਹੋਣਗੇ ਸਾਡੇ ਪੰਜਾਬੀ ਸਿਨੇਮਾ ਦੀ ਹਿਸਟਰੀ ਲਈ। ਸੋ ਔਰ ਇਹ ਬਾਗੀ ਦੀ ਧੀ ਬੜਾ ਹੀ ਓਨੈਸਟ, ਬੜਾ ਹੀ ਸਿੰਸੀਅਰ ਅਟੈਂਪਟ ਹੈ ਮੇਰੀ ਸਾਰੀ ਟੀਮ ਵੱਲੋਂ, ਇਨਕਲੂਡਿੰਗ ਆਲ ਐਕਟਰਸ। ਔਰ ਪਲੀਜ਼ ਤੁਸੀਂ ਜ਼ਰੂਰ ਦੇਖੋ। ਇਹ ਸਿਰਫ ਹੌਸਲਾ ਹੈ, ਇਹ ਉਤਸ਼ਾਹ ਹੈ, ਇਹਦੇ ਪਿੱਛੇ ਕੋਈ ਹਿੱਟ ਜਾਂ ਸੁਪਰ ਹਿੱਟ ਡੁਪਰ ਹਿੱਟ ਇੱਦਾਂ ਦਾ ਕੁਝ ਨਹੀਂ ਹੈਗਾ। ਲੇਕਿਨ ਸਾਨੂੰ ਡੈਫੀਨੇਟਲੀ ਵੱਖ-ਵੱਖ ਤਰ੍ਹਾਂ ਦੇ ਸਿਨੇਮਾ ਨੂੰ, ਇਸ ਤਰ੍ਹਾਂ ਦੇ ਸਿਨੇਮਾ ਨੂੰ ਵੀ ਸਾਨੂੰ ਐਨਕਰੇਜ ਕਰਨਾ ਚਾਹੀਦਾ, ਤਾਂ ਕਿ ਸਾਡੇ ਵਰਗੇ ਬੰਦਿਆਂ ਦਾ ਵੀ ਹੌਸਲਾ ਬਣੇ ਕਿ ਅਸੀਂ ਅਗਰ ਇਹ ਅਟੈਂਪਟ ਕੀਤਾ ਤਾਂ ਕੱਲ੍ਹ ਨੂੰ ਅਸੀਂ ਕਿਤੇ ਹੋਰ ਵੀ ਐਸੇ ਲੀਗ ਦੇ ਵਿੱਚ ਤੁਰਦੇ ਹੋਏ ਅਸੀਂ ਕੁਝ ਹੋਰ ਵੀ ਲੈ ਕੇ ਆ ਸਕੀਏ ਤੁਹਾਡੇ ਲਈ। ਸੋ
ਇਹ ਮਸਟ ਵਾਚ ਫਿਲਮ ਹੈਗੀ ਹੈ, ਜ਼ਰੂਰ ਦੇਖਿਓ। ਬਹੁਤ ਹੀ ਖੂਬਸੂਰਤ ਫੈਮਿਲੀ ਫਿਲਮ ਹੈ। ਜਿਵੇਂ ਕੁਲਜਿੰਦਰ ਜੀ ਨੇ ਦੱਸਿਆ ਹੈਗਾ ਕਿ ਤੁਹਾਡੇ ਇਮੋਸ਼ਨ ਜਾਗਦੇ ਨੇ, ਤੁਹਾਡਾ ਦਿਲ ਕਰਦਾ ਕਿ ਤੁਹਾਡੇ ਅੱਖਾਂ ਦੇ ਗਿੱਲੀਆਂ ਹੁੰਦੀਆਂ ਨੇ, ਲੇਕਿਨ ਤੁਹਾਨੂੰ ਅੰਦਰੋਂ ਬੜਾ ਸਕੂਨ ਤੁਸੀਂ ਮਹਿਸੂਸ ਕਰਦੇ ਹੋ। ਇਹ ਚੈਲੰਜ, ਇਹ ਦਾਵਾ ਇਸ ਗੱਲ ਦਾ, ਤੁਸੀਂ ਜਦ ਦੇਖੋਗੇ ਤਾਂ ਤੁਸੀਂ ਇਹਨਾਂ ਸ਼ਬਦਾਂ ਨੂੰ ਤੁਸੀਂ ਮਹਿਸੂਸ ਕਰ ਪਾਓਗੇ। ਐਂਡ ਡੈਫੀਨੇਟਲੀ ਆਈ ਐਮ ਸ਼ੋਰ ਕਿ ਤੁਹਾਡਾ ਪਿਆਰ ਮਿਲੂਗਾ ਔਰ ਇਹ ਫਿਲਮ ਡੈਫੀਨੇਟਲੀ ਤੁਸੀਂ ਸਾਰੇ ਜਣੇ ਹੁਮਾ ਕੇ ਜਾ ਕੇ ਦੇਖੋਗੇ ਔਰ ਪੰਜਾਬੀ ਸਿਨੇਮਾ ਨੂੰ ਐਪਰੀਸ਼ੀਏਟ ਕਰੋਗੇ, ਸੈਲੀਬ੍ਰੇਟ ਕਰੋਗੇ। ਥੈਂਕ ਯੂ ਵੈਰੀ ਮਚ ਜੀ। ਮੁਕੇਸ਼ ਜੀ, ਸਿੱਧੂ ਸਾਹਿਬ ਤੇ ਐਂਜਲ, ਤੁਹਾਡੇ ਸਭ ਨਾਲ ਗੱਲਬਾਤ ਕੀਤੀ, ਵਿਚਾਰ ਚਰਚਾ ਕੀਤੀ, ਬਹੁਤ ਵਧੀਆ ਲੱਗਿਆ। ਤੇ ਪਲੱਸ ਟੀਵੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੋਸਤੋ, 25 ਨਵੰਬਰ ਨੂੰ ਬਾਗੀ ਦੀ ਧੀ ਤੁਸੀਂ ਸਭ ਦੇਖਣ ਜ਼ਰੂਰ ਜਾਇਓ। ਮੈਨੂੰ ਇੱਥੇ ਦਿਓ ਇਜਾਜ਼ਤ। ਧੰਨਵਾਦ।